ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਜੀ ਉਹ ਹੈ ਸਿੱਖ ਰਹਿਤ ਮਰਜ਼ਾਦਾ। ਇਸ ਦੇ ਵਿੱਚ ਵੀ ਕਾਫੀ ਸਾਡੇ ਮਨਾਂ ਦੇ ਵਿੱਚ ਜਿਹੜੀਆਂ ਹੈ ਉਹ ਸ਼ੰਕੇ ਵੀ ਹੈਗੇ ਐ, ਭਾਵਨਾਵਾਂ ਵੀ ਹੈਗੀਆਂ। ਹਾਂਜੀ ਹਾਂਜੀ। ਤੇ ਵੱਖਰਾ ਵੱਖਰਾ ਜਿਹੜਾ ਹੈ ਉਹ ਸੰਸਥਾਵਾਂ ਵੱਲੋਂ ਛਾਪਿਆ ਵੀ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਜਿਵੇਂ ਆਪ ਸਰਬੱਤ ਸੰਗਤਾਂ ਨੂੰ ਪਤਾ ਹੀ ਆ ਕਿ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਸਾਂਝੇ ਮਸਲੇ ਲੈ ਕੇ ਸੰਗਤਾਂ ਦੇ ਨਾਲ ਹਾਜ਼ਰ ਹੋਏ ਆ। ਤੇ ਅੱਜ ਦਾ ਜਿਹੜਾ ਸਾਡਾ ਅੱਜ ਦੀ ਲਾਈਵ ਦਾ ਵਿਸ਼ਾ ਉਹ ਆਪ ਜੀ ਨੂੰ ਕੱਲ ਦੱਸਿਆ ਵੀ ਸੀਗਾ ਕਿ ਅੱਜ ਦਾ ਜਿਹੜਾ ਸਾਡਾ ਵਿਸ਼ਾ ਉਹ ਹੋਏਗਾ ਜੀ ਰਹਿਤ ਮਰਜ਼ਾਦਾ ਤੇ। ਜੀ ਜੀ ਠੀਕ ਹੈ ਜੀ। ਤੇ ਇਹਦਾ ਪੇਜ ਜਿਹਾ ਠੀਕ ਕਰਦੇ ਹੁੰਦੇ ਆ, ਮੈਂ ਵੀ ਕਰ ਲਵਾਂ। ਕਦੇ ਹੋਇਆ ਨਹੀਂ ਨਾ ਜੀ, ਮੈਂ ਕਿਹਾ ਅੱਜ ਮੈਂ ਵੀ ਇਦਾਂ ਬੰਨ ਕੇ ਜਾਣਾ। ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਜੀ ਉਹ ਹੈ ਸਿੱਖ ਰਹਿਤ ਮਰਜ਼ਾਦਾ। ਇਸ ਦੇ ਵਿੱਚ ਵੀ ਕਾਫੀ ਸਾਡੇ ਮਨਾਂ ਦੇ ਵਿੱਚ ਜਿਹੜੀਆਂ ਹੈ ਉਹ ਸ਼ੰਕੇ ਵੀ ਹੈਗੇ ਐ, ਭਾਵਨਾਵਾਂ ਵੀ ਹੈਗੀਆਂ। ਹਾਂਜੀ ਹਾਂਜੀ। ਤੇ ਵੱਖਰਾ ਵੱਖਰਾ ਜਿਹੜਾ ਹੈ ਉਹ ਸੰਸਥਾਵਾਂ ਵੱਲੋਂ ਛਾਪਿਆ ਵੀ ਜਾਂਦਾ। ਸ਼ੇਅਰ ਕਰਿਓ ਜੀ। ਸ਼ੇਅਰ ਕਰਨ ਦੇ ਨਾਲ ਇਹ ਹੈ ਵੀ ਹੋਰ ਜਿਹੜੀਆਂ ਸੰਗਤਾਂ ਜੁੜਨਗੀਆਂ ਜੀ ਜੀ, ਉਹਨਾਂ ਨੂੰ ਵੀ ਫਿਰ ਜਿਹੜਾ ਗੱਲਬਾਤ ਦਾ ਵਿਸ਼ਾ ਆ ਉਹ ਪਤਾ ਲੱਗ ਜਾਂਦਾ। ਕਈ ਵਾਰੀ ਨਾ ਜੀ ਸੰਗਤ ਫਿਰ ਬਾਅਦ ਚ ਹਾਂਜੀ ਹਾਂਜੀ ਸਵਾਲ ਕਰਦੇ ਇਹ ਗੱਲ ਦਾ ਪੁੱਛਦੀ ਹੁੰਦੀ ਹੈ ਵੀ ਅੱਜ ਕਿਹੜਾ ਵਿਸ਼ਾ ਚੱਲ ਰਿਹਾ ਹੈ ਨਾ। ਹਾਂਜੀ ਹਾਂਜੀ। ਸੋ ਮੈਂ ਬੇਨਤੀ ਕਰਦਾ ਕਿ ਸ਼ੇਅਰ ਵੀ ਕਰੋ। ਜੀ ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਜੀ ਉਹ ਹੈ ਸਿੱਖ ਰਹਿਤ ਮਰਜ਼ਾਦਾ ਦੇ ਉੱਤੇ। ਜੀ ਜੀ ਤੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵੀ ਛਪੀ ਆ ਜੀ ਜੀ। ਖਰੜਾ ਜਿਹਨੂੰ ਕਿਹਾ ਜਾਂਦਾ, ਜਦ ਕਿ ਉਹ ਰਹਿਤ ਮਰਜ਼ਾਦਾ ਦੀ ਕਾਪੀ ਦੇ ਵਿੱਚ ਵੀ ਖਰੜਾ ਹੀ ਲਿਖਿਆ ਜੀ ਸ਼ਬਦ। ਜੀ ਜੀ ਤੇ ਸਾਡੇ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਖਰੜੇ ਵਿੱਚ ਫਰਕ ਕੀ ਹੁੰਦਾ। ਜੀ 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 ਹਨਾ ਜੀ। ਹਾਂਜੀ। ਖਰੜਾ ਹੁੰਦਾ ਹੈ ਜਿਹੜੀ ਚੀਜ਼ ਹਜੇ ਬਣੀ ਹੋਵੇ ਉਹਦੇ ਤੇ ਮੋਹਰ ਨਾ ਲੱਗੀ ਹੋਵੇ। ਜੀ 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 ਪਾਸ ਨਾ ਹੋਈ। ਪਰਮਿੰਦਰ ਜੀ ਵਾਹਿਗੁਰੂ, ਮਹਿੰਦਰ ਸਿੰਘ ਜੀ, ਗੁਰਦੀਪ ਸਿੰਘ ਜੌਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਜੀ ਸਾਡਾ ਸਿੱਖ ਰਹਿਤ ਮਰਜ਼ਾਦਾ ਦੇ ਉੱਤੇ। ਜੀ ਜੀ। ਬਾਬਾ ਅਮਰਜੀਤ ਸਿੰਘ ਜੀ ਸੋਇਤੇ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲਿਖੀ ਜਾਣ ਦੱਸ ਦੇ। ਤੇ ਕੋਈ ਨਹੀਂ ਬਾਅਦ ਚ ਕਰਾਂਗੇ ਉਹ ਗੱਲਬਾਤ। ਤੇ ਆਪਾਂ ਦੋ ਤੁਹਾਨੂੰ ਕਾਪੀਆਂ ਦਿਖਾਉਣੀਆਂ, ਇੱਕ ਥੋੜਾ ਜਿਹਾ ਇਧਰੋਂ ਪੁੱਠੀ ਦਿਸਣੀ ਹੈ। ਸਿੱਖ ਰਹਿਤ ਮਰਜ਼ਾਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਖਰੜਾ ਛਾਪਿਆ ਜਾਂਦਾ। ਇੱਕ ਸਾਡੇ ਕੋਲ ਹੈ ਜੀ ਸਿੱਖ ਰਹਿਤ ਮਰਜ਼ਾਦਾ ਜਿਹੜੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਛਾਪੀ ਜਾਂਦੀ ਹੈ ਹਨਾ। ਦੋ ਰਹਿਤ ਮਰਜ਼ਾਦਾ ਸਾਡੇ ਕੋਲ ਹੈਗੀਆਂ ਜਿਹੜੀਆਂ ਛਪੀਆਂ ਹੋਈਆਂ, ਕਿਉਂਕਿ ਉਹ ਚੀਜ਼ ਬੋਲਣੀ ਚਾਹੀਦੀ ਹੈ ਜਿਹੜੀ ਆਪਣੇ ਕੋਲ ਹੋਵੇ, ਜਿਹੜੀ ਪੜ੍ਹੀ ਜਾਵੇ। ਕਿਉਂ ਜੀ? ਜੀ ਜੀ ਜੀ। ਕੋਲੋਂ ਨਹੀਂ। ਪ੍ਰਗਟ ਸਿੰਘ ਖਾਲਸਾ ਜੀ, ਕਰਨਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਰਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਅਰ ਕਰੋ ਜੀ, ਸ਼ੇਅਰ ਕਰੋ ਜੀ। ਸਾਰੇ ਬੇਨਤੀ ਆ ਸ਼ੇਅਰ ਕਰੋ ਜੀ। ਤੇ ਜਦ ਤੱਕ ਆਪਾਂ ਸੰਗਤ ਜੁੜਦੀ ਆ, ਤੁਸੀਂ ਕਿਰਪਾ ਕਰੋ 100-150 ਮੈਂਬਰ ਜੋੜੋ। 100-150 ਮੈਂਬਰ ਜੁੜਨ ਤੋਂ ਬਾਅਦ ਭਾਈ ਜਸਪ੍ਰੀਤ ਸਿੰਘ ਜੀ ਮਸਤੂਆਣਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਆਪਾਂ ਫਿਰ ਰਹਿਤ ਮਰਜ਼ਾਦਾ ਦੀਆਂ ਕਾਪੀਆਂ ਪੜ੍ਹਾਂਗੇ ਜੀ, ਜਿਹੜੀਆਂ ਖਰੜੇ ਛਪੇ ਹੋਏ ਨੇ ਉਹ ਫਿਰ ਆਪਾਂ ਪੜ੍ਹਨ ਦਾ ਯਤਨ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਸਾਡੇ ਕੋਲ ਮੇਰੇ ਨਾਲ ਜਥੇ ਦੇ ਜਗਦੀਪ ਸਿੰਘ ਰੰਧਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਗੋਇੰਦਵਾਲ ਸਾਹਿਬ, ਧੰਨਵਾਦ ਜੀ, ਧੰਨਵਾਦ। ਸ਼ੇਅਰ ਕਰੋ ਜੀ। ਆਪਾਂ ਵੱਧ ਤੋਂ ਵੱਧ ਸੰਗਤ ਜੋੜਨੀ ਆ ਤਾਂ ਜੋ ਰਹਿਤ ਮਰਜ਼ਾਦਾ ਦੀ ਗੱਲ ਫਿਰ ਸੰਗਤ ਦੇ ਨਾਲ ਆਪਾਂ ਕਰੀਏ। ਗੁਰਦੀਪ ਸਿੰਘ ਜੀ ਕਹਿੰਦੇ ਅੱਜ ਦਸਤਾਰ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਆ ਨਾ। ਉਹ ਜੀ ਤਾਂ ਸਜਾਈ ਆ, ਫਿਰ ਕਈ ਵਾਰੀ ਜੇ ਗੋਲ ਦਸਤਾਰ ਬੰਨ ਕੇ ਗੱਲ ਕਰੋ ਨਾ, ਫਿਰ ਕਈ ਵੀਰ ਭਰਾ ਸਾਡੇ ਕਹਿੰਦੇ ਟਕਸਾਲੀ ਆ, ਇਹ ਜੀ ਇਹ ਗੁੰਡੇ ਆ ਜੀ। ਸਾਰੇ ਆ ਜੀ ਅਸੀਂ ਤਾਂ ਸਾਰਿਆਂ ਦੇ ਵੀਰ ਭਰਾ ਆ, ਸਾਰੇ ਵੀਰ ਭਰਾ ਸਾਡੇ ਆ ਹਨਾ ਜੀ। ਜੀ ਜੀ। ਰਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਆਪਾਂ ਸ਼ੁਰੂਆਤ ਕਰਦੇ ਹਾਂ। ਤੇ ਮੈਂ ਸ਼ੁਰੂਆਤ ਅੱਜ ਤੁਹਾਡੇ ਤੋਂ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਵੇਂ ਅੱਜ ਕੱਲ ਆਪਾਂ ਅਖੰਡ ਪਾਠ ਸਾਹਿਬ ਰੱਖਦੇ ਆ। ਹਾਂਜੀ 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 ਕਰਨਪ੍ਰੀਤ ਜੀ ਬਿਲਕੁਲ ਇਹ ਕੋਈ ਕਾਰਨ ਹੈ ਜੀ, ਅੱਜ ਤਾਂ ਕਰਕੇ ਸਜਾਈ ਹੈ। ਜੈਸਿਕਾ ਕੁਮਾਰ ਜੀ
ਪਰਮਜੀਤ ਸਿੰਘ ਗਿੱਲ ਜੀ, ਸਾਹਿਬ ਸਿੰਘ ਜੀ, ਧੰਨਵਾਦ ਜੀ, ਧੰਨਵਾਦ। ਸੋ ਆਓ ਅੱਜ ਤੁਸੀਂ ਇਹ ਗੱਲ ਸ਼ੁਰੂਆਤ ਅਸੀਂ ਤੁਹਾਤੋਂ ਲੈਣੀ ਹੈ ਇਹ ਚੀਜ਼ ਦੀ ਹਾਂਜੀ ਕਿ ਜਦੋਂ ਪੁਰਾਤਨ ਸਮੇਂ 'ਚ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਸੀ ਜੀ। ਘਰਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ, ਹਾਂਜੀ ਹਾਂਜੀ ਸਹਿਜ ਪਾਠ ਸਾਹਿਬ ਆਰੰਭ ਹੁੰਦੇ ਸੀ, ਜੀ ਜੀ ਸੁਖਮਨੀ ਸਾਹਿਬ ਦੇ ਜਾਪ ਤੇ ਹੋਣ ਲੱਗੇ ਜ਼ਿਆਦਾ। ਹਾਂਜੀ ਹਾਂਜੀ ਪਹਿਲਾਂ ਤਾਂ ਨਹੀਂ ਸੀ ਹੁੰਦੇ ਇੰਨੇ। ਨਹੀਂ ਜੀ ਨਹੀਂ ਪਹਿਲਾਂ ਨਹੀਂ ਸਹਿਜ ਪਾਠ ਸਾਹਿਬ ਤੇ ਅਖੰਡ ਪਾਠ ਸਾਹਿਬ ਜਦੋਂ ਆਰੰਭ ਹੁੰਦੇ ਸੀ ਜੀ, ਜੀ ਆਪਾਂ ਵੈਸੇ ਅੱਗੇ ਇੱਕ ਦਿਨ ਇਹ ਗੱਲ ਕੀਤੀ ਵੀ ਸੀ, ਹਾਂਜੀ ਪਰ ਅੱਜ ਆਪਣਾ ਵਿਸ਼ਾ ਰਹਿਤ ਮਰਜ਼ਾਦਾ ਦਾ ਹਾਂਜੀ ਹਾਂਜੀ ਹੈ ਨਾ ਜੀ, ਤਾਂ ਆਪਾਂ ਸ਼ੁਰੂਆਤ ਇੱਥੋਂ ਕਰਨੀ ਆ। ਠੀਕ ਹੈ ਜੀ। ਥੋੜਾ ਜਿਹਾ ਸੰਗਤ ਨੂੰ ਦੱਸੋ ਵੀ ਉਹਨਾਂ ਟਾਈਮਾਂ ਦੇ ਵਿੱਚ ਅਖੰਡ ਪਾਠ ਸਾਹਿਬ ਜਿਹੜੇ ਕਰਨ ਪਾਠੀ ਸਿੰਘ ਆਉਂਦੇ ਸੀ, ਜੀ 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 ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਸੀ ਤੇ ਕੀ ਉਹ ਚੀਜ਼ ਆ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੁੰਦੇ ਸੀ। ਵਾਹਿਗੁਰੂ ਜੀ ਠੀਕ ਹੈ ਜੀ। ਹਾਂਜੀ, ਉਹ ਜਰਾ ਕੁ ਸੰਗਤ ਨੂੰ ਦੱਸੋ। ਪਹਿਲੀ ਤਾਂ ਗੱਲ ਜੀ ਇਹ ਆ ਵੀ ਜਦੋਂ ਅਖੰਡ ਪਾਠ ਸਾਹਿਬ ਆਰੰਭ ਸਲਾਹ ਹੀ ਕਰਨੀ ਹੁੰਦੀ ਸੀ ਨਾ, ਹਾਂਜੀ, ਸਲਾਹ ਹੀ ਕਰਨੀ ਹੁੰਦੀ ਤਾਂ ਗ੍ਰੰਥੀ ਸਿੰਘ ਨੂੰ ਜਾ ਕੇ ਪੁੱਛਦੇ ਹੁੰਦੇ ਸੀ, ਜਾਂ ਉਹਨਾਂ ਨੂੰ ਘਰ ਬੁਲਾਉਣਾ ਜਾਂ ਆਪ ਜਾਂ ਜਾਣਾ, ਘਰ ਬੁਲਾਉਣਾ ਜਾਂ ਆਪ ਚੱਲ ਜਾਣਾ ਪਰਿਵਾਰ ਨੇ। ਹਾਂਜੀ ਠੀਕ ਹੈ ਜੀ। ਸਲਾਹ ਕਰਨੀ ਜੀ, ਦੱਸੋ ਕਿੱਦਾਂ ਕਰਨੀ ਹੈ, ਕਿਹੜੀ ਤਰੀਕ ਦਾ ਰੱਖੀਏ। ਜੀ ਅੱਜ ਕੱਲ੍ਹ ਅੰਗ ਨਹੀਂ ਪਈ ਸਵੇਰ ਨੂੰ ਸੁਖਮਨੀ ਸਾਹਿਬ ਦਾ ਪਾਠ ਰੱਖਣਾ ਤਾਂ ਸ਼ਾਮ ਨੂੰ ਗ੍ਰੰਥੀ ਸਿੰਘ ਨੂੰ ਆ ਪਹਿਲੇ ਦਿਨ ਜਾ ਕੇ। ਅਗਲੇ ਨੂੰ ਫੇ ਕਈ ਕੰਮ ਹੁੰਦੇ ਆ, ਜੀ ਜੀ ਜੀ। ਉਹਨਾਂ ਨਾਲ ਸਲਾਹ ਕਰਨੀ, ਸਲਾਹ ਕਰਕੇ ਫਿਰ ਉਹਨਾਂ ਨੂੰ ਕਹਿਣਾ ਜੀ ਤੁਸੀਂ ਵੀ ਗ੍ਰੰਥੀ ਸਿੰਘ ਨੇ ਕਹਿਣਾ ਵੀ ਮੈਂ ਘਰ ਆਉਂਗਾ ਤੁਹਾਡੇ, ਠੀਕ ਹੈ ਜੀ। ਕਮਰਾ ਤੁਹਾਡਾ ਦੇਖਾਂਗੇ, ਚੈੱਕ ਕਰਾਂਗੇ। ਕੱਚੇ ਕਮਰੇ ਹੁੰਦੇ ਸੀ, ਟਾਈਲਾਂ ਨਾਲ, ਇੱਟਾਂ ਹੁੰਦੀਆਂ ਨਹੀਂ ਸੀ। ਹਾਂਜੀ ਹਾਂਜੀ। ਬਾਕੀ ਸਮਾਨ ਕਿੱਥੇ ਆ? ਹੈਗਾ ਠੀਕ ਹੈ। ਅੱਛਾ, ਨੇੜੇ ਨੂੰ ਕਰ ਦਿਓ, ਤੁਸੀਂ ਗੱਲ ਕਰੀ ਚੱਲੋ, ਮੈਂ ਪਾਣੀ ਪੀਣਾ ਸੀ। ਅੱਛਾ ਜੀ। ਕੱਚੇ ਕਮਰੇ ਹੁੰਦੇ ਸੀ ਜੀ। ਉਹ ਇੱਕ ਦਿਨ ਪਹਿਲਾਂ ਫਿਰ ਗ੍ਰੰਥੀ ਸਿੰਘ ਜਾਂ 2 ਦਿਨ ਪਹਿਲਾਂ ਜਾਂਦਾ ਹੁੰਦਾ ਸੀ ਜੀ। ਦੇਖਣਾ ਹਿਸਾਬ ਕਿਤਾਬ ਸਾਰਾ। ਹਾਂਜੀ ਹਾਂਜੀ। ਜਦੋਂ ਆਪਣੇ ਕੋਈ ਪ੍ਰਾਹੁਣਾ ਆਉਣਾ ਹੋਵੇ ਨਾ, ਜੀ। ਨਵਾਂ ਲਾ ਲਓ ਜਾਂ ਕੋਈ ਵੀ ਆਉਣਾ ਹੋਵੇ, ਹਾਂ, ਕੋਈ ਵੀ ਬੜਾ ਓਪਰਾ ਘਰ ਨੂੰ ਬੰਦਾ ਆਉਣਾ ਹੋਵੇ, ਬਹੁਤ ਘਰ ਨੂੰ ਸਵਾਰਦੇ ਆ ਜੀ ਵੀ ਕਿਤੇ ਗੰਦ ਨਾ ਪਿਆ ਰਹਿ ਜਾਵੇ। ਜੀ 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 ਇਹ ਕੋਈ ਚੀਜ਼ ਏਦਾਂ ਦੀ ਮੋਹਰੇ ਨਾ ਹੋਵੇ ਵੀ ਜਿਹੜੇ ਵਿੱਚ ਸਾਡੀ ਸ਼ਾਨ ਨੂੰ ਜੀ ਫਰਕ ਪਵੇ। ਜੀ। ਤੇ ਉਸ ਟਾਈਮ ਸ਼ਰਧਾ ਹੀ ਲੋਕਾਂ ਦੀ ਇੰਨੀ ਸੀਗੀ, ਜਾਂ ਪਾਠ ਕਰਨ ਵਾਲਿਆਂ ਦੀ ਸ਼ਰਧਾ ਇੰਨੀ ਸੀਗੀ ਤੇ ਜਾ ਕੇ ਚੈੱਕ ਕਰਨਾ। ਜੀ। ਚੈੱਕ ਕਰਕੇ ਫਿਰ 2 ਦਿਨ ਪਹਿਲਾਂ ਜਿਹੜਾ ਜਾਣਾ ਤਾਂ ਉਹਨੇ ਕਹਿਣਾ ਪਹਿਲਾਂ ਇਹਨੂੰ ਨਾ ਗੋਹੇ ਦਾ ਲੇਪਣ ਕਰੋ, ਪੋਚਾ ਲਾਵੋ। ਗੋਹੇ ਉਦੋਂ ਦਾ ਕੱਚੀਆਂ ਕਰਨਾ। ਫਰਸ਼ਾਂ ਸੀ ਨਾ, ਕੱਚਾ ਸੀਗਾ, ਗੋਹੇ ਦਾ ਕਰਨਾ। ਕੱਚੇ ਹੀ ਹੁੰਦੇ ਸੀ ਵਿਹੜੇ, ਫਿਰ ਜਦੋਂ ਕਮਰੇ। ਸੁੱਕ ਜਾਣਾ ਕਿਸੇ ਨੇ ਉੱਥੇ ਵੜਨਾ ਨਹੀਂ ਜੀ। ਸ਼ੇਰ ਜ਼ਰੂਰ ਕਰੀ ਚੱਲਿਓ ਜੀ। ਇਹ ਹਾਂਜੀ ਰਹਿਤ ਮਰਜ਼ਾਦਾ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਅੰਦਰ ਰਹਿਤ ਮਰਜ਼ਾਦਾ ਦੇ ਪ੍ਰਤੀ ਕੋਈ ਜੀ, ਸ਼ੰਕੇ ਹੋਣਗੇ ਨਾ, ਬਾਅਦ ਚ ਆਪਾਂ ਤੁਹਾਡੇ ਹਾਂਜੀ ਸਵਾਲ ਰੋਜ਼ ਵਾਂਗ ਲਵਾਂਗੇ। ਹਾਂਜੀ ਪਰ ਉਸ ਤੋਂ ਪਹਿਲਾਂ ਤੁਸੀਂ ਪੁਰਾਣੇ ਸਮੇਂ ਸੁਣੋ ਕਿਵੇਂ ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ ਘਰਾਂ 'ਚ ਆਰੰਭ ਹੁੰਦੇ ਸੀ। ਉਹ ਗੱਲ ਬਾਬਾ ਜੀ ਅਮਰਪਾਲ ਸਿੰਘ ਹੁਣੀ ਦੱਸ ਰਹੇ ਉਦੋਂ ਜੀ। ਦਾ ਤੇ ਹੁਣ ਦਾ ਫਰਕ ਉਹ ਤੁਸੀਂ ਨਾਲੋਂ ਨਾਲ ਚੈੱਕ ਕਰੀ ਜਾਓ। ਉਹ ਮੈਂ ਕਰੀ ਜਾਊਂਗਾ ਜੀ। ਹਾਂਜੀ। ਤੇ ਉਸ ਕਮਰੇ ਦੇ ਵਿੱਚ ਫਿਰ ਕਿਸੇ ਨੇ ਨਹੀਂ ਵੜਨਾ, ਜੀ। ਕੁੰਡੇ ਲਾ ਦੇਣੇ, ਕੋਈ ਨਿਆਣਾ ਵੀ ਨਹੀਂ ਸੀ ਜਾਂਦਾ। ਦੇਖੋ ਜੀ, ਇੱਥੇ ਮੈਂ ਇੱਕ ਥੋੜਾ ਜਿਹਾ ਕਲੀਅਰ ਆ ਤੁਹਾਡੀ ਗੱਲ ਕਰ ਦਵਾਂ। ਹਾਂਜੀ ਬਾਬਾ ਜੀ ਨੇ ਦੱਸਿਆ ਵੀ ਜਦੋਂ ਪੁਰਾਣੇ ਸਮਿਆਂ 'ਚ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਆਰੰਭ ਕਰਨਾ ਹੁੰਦਾ ਸੀ ਨਾ, ਤੇ ਪਰਿਵਾਰ ਪਹਿਲਾਂ ਗੁਰੂ ਕੇ ਵਜ਼ੀਰ ਕੋਲ ਜਾਂਦਾ ਹੁੰਦਾ ਸੀ। ਹਾਂਜੀ ਹਾਂਜੀ ਬਈ ਬਾਬਾ ਜੀ ਵੀ ਕਿਹੜੇ ਦਿਨ ਆਪਾਂ ਅਖੰਡ ਪਾਠ ਸਾਹਿਬ ਜਾਂ ਆਪਾਂ ਸਹਿਜ ਪਾਠ ਸਾਹਿਬ ਆਰੰਭ ਕਰੀਏ। ਜੀ ਜੀ ਤੇ ਜਦੋਂ ਪਾਠ ਆਰੰਭ ਕਰਨਾ ਤੇ ਪਹਿਲਾਂ ਪਾਠੀ ਸਿੰਘ ਨੇ ਕਹਿਣਾ ਵੀ ਅਸੀਂ ਘਰ ਜਾ ਕੇ ਪਹਿਲਾਂ ਤੁਹਾਡਾ ਜਿੱਥੇ ਪਾਠ ਆਰੰਭ ਕਰਨਾ ਉਹ ਦੇਖ ਲਈਏ। ਜੀ 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 ਹਨਾ ਜੀ। ਹਾਂਜੀ ਕਹਿਣਾ ਉਹ ਦੇਖ ਕੇ ਉਸ ਕਮਰੇ ਦੀ ਸਫਾਈ ਕਰ ਦਈਏ। ਹਾਂਜੀ ਤੇ ਜਦੋਂ ਉਸ ਕਮਰੇ ਦੀ ਸਫਾਈ ਹੋ ਜਾਣੀ, ਉਹ ਕਮਰਾ ਤਿਆਰ ਕਰ ਦੇਣਾ ਇੱਕ ਦਿਨ ਪਹਿਲਾਂ। ਹਾਂਜੀ ਹਾਂਜੀ ਤੇ ਫਿਰ ਉਸ ਕਮਰੇ ਨੂੰ ਕੁੰਡਾ ਲਾ ਦਿੱਤਾ ਜਾਂਦਾ ਸੀ। ਕਿਉਂ? ਕਿ ਕੋਈ ਵੀ ਬੱਚਾ, ਕੋਈ ਵੀ ਸਿਆਣਾ, ਕੋਈ ਵੀ ਨਿਆਣਾ, ਬੀਬੀ, ਭੈਣ, ਭਾਈ ਹਾਂਜੀ ਜੋੜਾ ਲੈ ਕੇ ਉਸ ਕਮਰੇ 'ਚ ਨਾ ਜਾਵੇ, ਕਿਉਂਕਿ ਕੱਲ ਨੂੰ ਉੱਥੇ ਅਖੰਡ ਪਾਠ ਸਾਹਿਬ ਰੱਖਣਾ ਤੇ ਅੱਜ ਉਹਦੀ ਸੁਚਮਤਾ ਕਰ ਦਿੱਤੀ ਹੈ। ਹਾਂਜੀ ਹਾਂਜੀ ਅੱਗੇ ਜੀ। ਤੇ ਜਦੋਂ ਅਖੰਡ ਪਾਠ ਸਾਹਿਬ ਰੱਖਣਾ ਤਾਂ ਸਵੇਰ ਨੂੰ ਚੰਦੋਆ ਸਾਹਿਬ ਬੰਨ੍ਹ ਦੇਣਾ, ਤਿਆਰ ਹੋਣਾ ਜੀ। ਤਾਂ ਫਿਰ ਹੁਣ ਇਹ ਨਹੀਂ ਤਾਂ ਕਹਿਣਾ ਇਹ ਸਾਰਾ ਕੰਮ ਦੂਜਾ ਹੀ ਆ ਜੀ, ਬਾਹਮਣਾ ਵਾਲਾ ਲਾ ਲਓ ਜਾਂ ਕਿੱਦਾਂ, ਜੀ। ਪਰ ਪਹਿਲਾਂ ਗੁਰੂ ਦੇ ਨਾਲ ਸ਼ਰਧਾ ਕਿੰਨੀ ਸੀ ਲੋਕਾਂ ਦੀ, ਪਿਆਰ ਕਿੰਨਾ ਸੀ, ਗੱਲ ਤਾਂ ਭਾਵਨਾ ਦੀ ਹੈ। ਭਾਵਨਾ। ਜੀ। ਫਿਰ ਲਾਗਣ ਆਉਣੀ, ਜੀ ਉਹਨੇ ਪੱਤੇ ਬੰਨਣੇ ਜੀ। ਬੂਹਿਆਂ ਤੇ, ਸਾਰੇ ਬੂਹਿਆਂ ਤੇ, ਭਾਵੇਂ ਤੁਹਾਡੇ ਘਰ ਦੇ ਅੰਦਰਲੇ ਤੇ ਚਾਹੇ ਬਾਹਰਲੇ ਆ, ਹਾਂ ਹਾਂ ਹਾਂ। ਪੱਤੇ ਬੰਨਣੇ। ਚਲੋ ਤੇਲ ਚਾਉਣਾ ਤਾਂ ਆਪਾਂ, ਮੈਂ ਕਹਿੰਦਾ ਉਹ ਜਿਹੜਾ ਪੱਤੇ ਬੰਨਦੇ ਉਹਦਾ ਵੀ ਇੱਕ ਕਾਰਨ ਸੀਗਾ। ਹਾਂਜੀ ਹਾਂਜੀ ਬਈ ਇਸ ਘਰ ਦੇ ਵਿੱਚ ਜਾ ਪਿਆ ਇਹ ਪਤਾ ਲੱਗ ਜੇ। ਹਾਂਜੀ ਕਾਰਨ ਇਹ ਨਿਸ਼ਾਨੀ ਸੀਗੀ। ਜਾਣੀ ਉਹ ਕੋਈ ਸਾਡੇ ਧਰਮ ਦੀ ਥੋੜੋ ਮਰਜ਼ਾਦਾ ਦੀ ਥੋੜੋ ਗੱਲ ਆ। ਮਰਜ਼ਾਦਾ ਦੀ ਨਹੀਂ ਉਹੋ ਜੀ ਗੱਲ, ਨਿਸ਼ਾਨੀ ਸੀਗੀ ਵੀ ਇਸ ਘਰ ਪਾਠ ਚੱਲਦਾ, ਆਪਾਂ ਜੀ ਜਾਣਾ ਜਾਂ ਕਿੱਦਾਂ, ਹਨਾ। ਵੀ ਮਤਲਬ ਉਦੋਂ ਸਪੀਕਰ ਇੰਨੇ ਨਹੀਂ ਸੀ ਹੁੰਦੇ। ਸਪੀਕਰ ਤਾਂ ਦੂਜੇ ਦਿਨ ਨੂੰ ਲਾਉਂਦੇ ਹੁੰਦੇ। ਹਾਂ ਬਿਲਕੁਲ ਬਿਲਕੁਲ। ਅਖੰਡ ਪਾਠ ਸਾਹਿਬ ਰੱਖ ਦੇਣਾ ਤਾਂ ਫਿਰ
ਗਾਨੇ ਬੰਨ੍ਹਦੇ ਨੇ। ਗਾਨੇ ਵੀ ਕੋਈ ਮਰਜ਼ਾਦਾ ਨਹੀਂ ਹੈਗੀ, ਹਾਂ। ਇਹ ਸਿਰਫ ਪਾਠੀ ਸਿੰਘਾਂ ਨੂੰ ਕਹਿਣਾ ਵੀ ਤੁਸੀਂ ਬੈਗ ਜਿੰਨਾ ਚਿਰ ਪਾਠ ਪੂਰਾ ਮਤਲਬ ਭੋਗ ਨਹੀਂ ਪੈਂਦਾ ਕਿਸੇ ਪਾਸੇ ਜਾਣਾ ਨਹੀਂ। ਹੂੰ 15 ਪਾਠੀ ਹੁੰਦੇ ਸੀ ਜੀ, ਜੀ ਠੀਕ ਹੈ ਜੀ। 15 ਪਾਠੀ ਹੁੰਦੇ ਸੀਗੇ ਤਾਂ ਸਾਰਿਆਂ ਦੇ ਗਾਨੇ ਬੰਨ੍ਹਦੇ ਨੇ, ਕੋਈ ਪਿੰਡੋਂ ਬਾਹਰ ਨਹੀਂ ਸੀ ਜਾ ਸਕਦਾ। ਠੀਕ ਹੈ ਜੀ, ਜਾਣੀ ਜਿੰਨਾ ਜੂ ਚਿਰ ਨਹੀਂ ਟੱਪਦੇ। ਜੂਹ ਨਹੀਂ ਸੀ ਟੱਪਦੇ, ਪਿੰਡ ਦੇ ਵਿੱਚ ਰਹਿੰਦੇ ਸੀ। ਤਾਂ ਜਿਸਲਾ ਗਾਨੇ ਘਰਦਿਆਂ ਦੇ ਵੀ ਬੰਨ੍ਹਦੇ ਨੇ ਵੀ ਤੁਸੀਂ ਵੀ ਬਹਿ ਕੇ ਪਾਠ ਸੁਣੋ, ਇਹ ਮਰਜ਼ਾਦਾ ਨਹੀਂ ਸੀ, ਇਹ ਨਿਸ਼ਾਨੀ ਸੀ। ਮੈਂ ਤੁਹਾਡੀ ਇਸ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਜੀ। ਹਾਂਜੀ ਹਾਂਜੀ ਬਾਬਾ ਹਰਦੇਵ ਸਿੰਘ ਜੀ ਲੂਲੋ ਵਾਲੇ ਨਾ ਮਹਾਂਪੁਰਸ਼, ਜੀ ਜੀ ਉਹ ਦੱਸਿਆ ਕਰਦੇ ਸੀ, ਆਪਣੇ ਉਹਨਾਂ ਦੀਆਂ ਰਿਕਾਰਡਿੰਗਾਂ ਅੱਜ ਵੀ ਹੈਗੀਆਂ। ਹਾਂਜੀ ਹਾਂਜੀ ਉਹ ਕਹਿੰਦੇ ਵੀ ਪਾਠੀ ਸਿੰਘ ਦੇ ਗਾਨਾ ਤਾਂ ਬੰਨ੍ਹਦੇ ਸੀ ਵੀ ਸੰਗਤ ਨੂੰ ਪਤਾ ਲੱਗ ਜਾਂਦਾ ਸੀ ਇਹਦੀ ਡਿਊਟੀ ਇਹਨਾਂ ਦੇ ਘਰ ਆ। ਹਾਂਜੀ ਤੇ ਦੂਜਾ ਉਹ ਜੂ ਨਹੀਂ ਸੀ ਪਿੰਡ ਦੀ ਟੱਪਦਾ। ਜੂਹ ਨਹੀਂ ਸੀ ਟੱਪਦਾ। ਹੁਣ ਵਾਲਾ ਕਹਿੰਦੇ ਹਿਸਾਬ ਨਹੀਂ ਸੀ ਵੀ ਨਾਲੇ ਇਹ ਆਪਾਂ ਸਾਰਿਆਂ ਦੇ ਸਵਾਲ ਮਗਰੋਂ ਲਵਾਂਗੇ ਜੀ, ਮੇਰੀ ਬੇਨਤੀ ਵਿੱਚ ਨਾ ਕਰਿਓ, ਧਿਆਨ ਫਿਰ ਇੱਧਰ ਹੋ ਜਾਂਦਾ ਨਾ, ਫਿਰ ਉਨਾ ਹੀ ਵੱਧ ਸਮਾਂ ਲੱਗਦਾ ਆਪਾਂ ਨੂੰ। ਹਾਂਜੀ ਹਾਂਜੀ ਤੇ ਹਰਜਿੰਦਰ ਸਿੰਘ ਜੀ ਤੁਸੀਂ ਇਹ ਕਮੈਂਟ ਦੁਬਾਰਾ ਕਰਨਾ ਜਦੋਂ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਸਵਾਲ ਕਰਨ ਲਈ, ਹਨਾ, ਫਿਰ ਆਪਾਂ ਉਹ ਜਵਾਬ ਹੀ ਇੱਧਰ ਨੂੰ ਦੇਵਾਂਗੇ। ਸੋ ਬਾਬਾ ਹਰਦੇਵ ਸਿੰਘ ਜੀ ਕਿਹਾ ਕਰਦੇ ਸੀ ਵੀ ਇਦਾਂ ਨਹੀਂ ਵੀ ਅੱਜ 2 ਘੰਟੇ ਡਿਊਟੀ ਲਾਈ ਤੇ ਫਿਰ ਉਹ ਜਾ ਕੇ ਭਾਵੇਂ ਸਬਜ਼ੀ ਵੇਚ ਆਵੇ, ਭਾਵੇਂ ਕੱਪੜੇ ਵੇਚ ਆਵੇ, ਉਹੀ ਗੱਲ ਕੀਤੀ ਨਾ ਮੈਂ। ਹਨਾ, ਹਾਂਜੀ ਮਤਲਬ ਵੀ ਇਦਾਂ ਦਾ ਹਿਸਾਬ ਨਹੀਂ ਸੀ ਅੱਗੇ। ਕਹਿ ਕੇ ਸੁਣਦੇ ਵੀ ਹੁੰਦੇ ਸੀ। ਸੁਣਦੇ ਸੀ, ਠੀਕ ਹੈ ਜੀ। ਤੇ ਉਦੋਂ ਮੈਂ ਦੱਸ ਹੀ ਚੁੱਕਾ ਸੀਗਾ ਵੀ ਚਾਹ ਵੀ ਵਰਤਾਉਂਦੇ ਸੀਗੇ, ਲੰਗਰ ਦਾ ਕੰਮ ਨਹੀਂ ਸੀਗਾ। ਅੱਛਾ, ਇਹ ਜਿਹੜੀ ਤਿਆਰੀ ਤੁਸੀਂ ਦੱਸਿਆ ਵੀ ਪਹਿਲੇ ਦਿਨ ਕਰਦੇ ਹੁੰਦੇ ਸੀ, ਹਾਂਜੀ ਹਾਂਜੀ ਉਹ ਤਿਆਰੀ 'ਚ ਕੀ ਕੀ ਕਰਦੇ ਸੀ ਜੀ? ਤਿਆਰੀ ਦੇ ਵਿੱਚ ਆ ਜਿੱਦਾਂ ਲਿਪਣ ਪੋਚਣ ਹੋ ਗਿਆ ਵਧੀਆ, ਮਤਲਬ ਜੋ ਹਾਂਜੀ। ਵੀ ਫੁੱਲ ਰੱਖਣੇ ਮਹਾਰਾਜ ਦੇ ਮੋਹਰੇ, ਜੋ ਵੀ ਤੁਹਾਡੀ ਸ਼ਰਧਾ ਉਹ ਜੋ ਮਰਜ਼ੀ ਕਰ ਸਕਦੇ। ਜੀ ਹਾਂਜੀ ਨਹੀਂ, ਮੈਂ ਤਾਂ ਇਹ ਆਪਣੀ ਸੁਰਤ 'ਚ ਮੈਂ ਦੇਖਦਾ ਆਇਆ ਜੀ ਹਾਂਜੀ ਹਾਂਜੀ ਵੀ ਪਾਠੀ ਸਿੰਘ ਆ ਕੇ ਬੱਤੀ ਬੱਟਿਆ ਕਰਦੇ ਸੀ ਪਹਿਲਾਂ ਜੋਤ ਲਈ। ਬੱਤੀ ਉਹ ਵੱਟਦੇ ਸੀ। ਜੀ ਫਿਰ ਇੱਕ ਚੀਜ਼ ਹੋਰ ਸੀ ਜੀ, ਜੀ ਚੇਤਾ ਆ ਗਿਆ, ਆਪਾਂ ਚਿੱਟੀ ਰੇਤਾ ਲੈਨੇ ਆ। ਹਾਂਜੀ, ਚਿੱਟੀ ਰੇਤਾ ਲੈ ਕੇ ਤੇ ਜਿੱਥੇ ਮਹਾਰਾਜ ਦਾ ਸਰੂਪ ਰੱਖਣਾ ਉਹ ਖੂੰਜੇ ਰੱਖ ਦੇਣੀ। ਅਸੀਂ ਖੇਤੀ ਕਹਿੰਦੇ ਹੁੰਦੇ ਸੀ। ਫੇਰ ਵਿੱਚ ਉਹਦੇ ਚਿੱਟੀ ਰੇਤਾ ਰੱਖਣੀ ਤਾਂ ਉਹਦੇ ਕੱਚਾ ਘੜਾ ਹੁੰਦਾ ਸੀ, ਠੀਕ ਹੈ ਜੀ। ਕੱਚੇ ਘੜੇ ਦੇ ਵਿੱਚ ਪਾਣੀ ਪਾਉਣਾ। ਜੀ ਤੇ ਉਹ ਜੇ ਤਾਂ ਹੋਣਾ ਸਹਿਜ ਪਾਠ, ਉਹਦੇ ਵਿੱਚ ਜੌਂ ਰਲਾਉਂਦੇ ਹੁੰਦੇ ਸੀ। ਜੌਂ, ਹਾਂਜੀ, ਖੇਤੀ ਕਹਿ ਦਿੰਦੇ ਸੀ ਉਹਨੂੰ। ਜੌਂ ਰਲਾਉਂਦੇ ਹੁੰਦੇ ਸੀਗੇ ਜੀ ਜੀ ਤਾਂ ਰਲਾ ਕੇ ਉਹ ਰੱਖਦੇ। ਜੇ ਤਾਂ ਹੋਣਾ ਸਹਿਜ ਪਾਠ, ਜੀ ਫੇਰ ਤਾਂ ਉਹ ਇੰਨੇ ਜੀ ਹੋ ਜਾਂਦੇ ਸੀ, ਸਾਡੀ ਅੱਖੀ ਦੇਖਣ ਦੀਆਂ ਗੱਲਾਂ। ਜੀ। ਜੇ ਹੋਣਾ ਖੰਡ ਪਾਠ ਸਾਹਿਬ ਤਾਂ ਤੀਏ ਦਿਨ ਇੰਨੇ ਚਲੋ ਭੋਗ ਤੀਜੇ ਦਿਨ ਪੈ ਜਾਂਦਾ। ਤਾਂ ਆਮ ਚਿੱਟੀ ਰੇਤਾ ਦੇ ਵਿੱਚ ਤੁਸੀਂ ਵੀ ਕੋਈ ਵੀ ਰਲਾ ਕੇ ਦੇਖ ਲਓ, ਨਹੀਂ ਜੰਮਦਾ। ਬਿਲਕੁਲ ਬਿਲਕੁਲ, ਨਾਲੇ ਜਿਹੜੀ ਮਰਜ਼ੀ ਰੁੱਤ 'ਚ ਤੁਸੀਂ ਕਰ ਲਓ, ਜਿਹੜੀ ਮਰਜ਼ੀ ਰੁੱਤ 'ਚ ਕਰ ਲਓ, ਉਹ ਜੰਮਦਾ ਹੀ ਸੀ। ਠੀਕ 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 ਹੈ ਜੀ। ਤਾਂ ਉਹ ਜ਼ਰੂਰੀ ਸੀ। ਜੀ, ਫਿਰ ਜੀ। ਬੱਤੀ ਵੱਟਦੇ ਹੁੰਦੇ ਸੀ ਜ਼ਰੂਰੀ, ਜੋਤ ਵੀ ਜ਼ਰੂਰੀ ਲਾਉਂਦੇ ਹੁੰਦੇ ਸੀ ਜੀ। ਫਿਰ 5 ਹੁੰਦੇ ਸੀ ਧੂਫ ਵਾਲੇ। ਆਪਾਂ ਹੁਣ ਤਾਂ ਧੂਫ ਲਾਉਣ ਲੱਗ ਪਏ ਨਾ, ਧੂਫਾਂ ਆ ਗਈਆਂ, ਉਦੋਂ ਸੀਗਾ- ਅਗਰਬੱਤੀਆਂ ਆ ਗਈਆਂ। ਹਾਂਜੀ ਉਦੋਂ ਸੀਗਾ ਉਹ ਕੀ ਉਹਨੂੰ ਸਾਡੇ ਆ ਸਮਗਰੀ ਦੀ ਧੂਫ ਸੀਗੀ ਜੀ। ਉਹਦਾ 2 ਕਾਰਨ ਹੁੰਦੇ ਸੀ ਜੀ। ਜੀ, ਇੱਕ ਤਾਂ ਦਮੇ ਵਾਲੇ ਨੂੰ ਬਹੁਤ ਉਹ 'ਚ ਜੜੀਆਂ ਬੂਟੀਆਂ ਹਾਂਜੀ, ਹੁੰਦੀਆਂ ਸੀ ਨਾ। ਹਾਂਜੀ 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 ਤੇ ਉਹ ਸੀਗੀ। ਤੇ ਦੂਜਾ ਨੰਬਰ ਆ ਵੀ ਹੁਣ ਤਾਂ ਆਪਾਂ ਚਲੋ ਲੱਗ ਪਏ ਦੂਜੀਆਂ ਧੂਫਾਂ ਲਾਉਣ, ਉਹ ਵੀ ਹੁਣ ਤਾਂ ਬੰਦ ਕਰ ਦਿੱਤੀਆਂ ਨਾ। ਜੀ 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 ਹਾਂਜੀ ਤੇ ਇਹ ਸੀਗੀਆਂ ਚੀਜ਼ਾਂ ਉਹ ਪਹਿਲਾਂ ਤਿਆਰ ਕਰਦੇ ਹੁੰਦੇ ਸੀਗੇ ਸਾਰਾ। ਆਟੇ ਦਾ ਦੀਵਾ ਬਣਾਉਣਾ ਜੋਤ ਉਹਦੀ ਲਈ। ਜੋਤ ਲਈ। ਜੀ ਹਾਂਜੀ ਜੀ ਤੇ ਬੱਤੀ ਵੀ ਇਦਾਂ ਦੀ ਵੱਟਣੀ ਵੀ 3 ਦਿਨ ਜਿਹੜੀ ਆ ਉਹ ਚੱਲਦੀ ਰਹੇ। ਠੀਕ ਹੈ ਜੀ। ਹਾਂਜੀ ਘੇ ਉਹਦੇ ਵਿੱਚ ਪਾਈ ਜਾਣਾ। ਤੇ ਡਿਊਟੀ 5 ਜਿਹੜੇ ਸਿੰਘ ਹੁੰਦੇ ਸੀ ਪਾਠੀ, ਜੀ ਤੇ 5 ਪੋਥੀ ਵਾਲੇ। ਹਾਂਜੀ, ਜਿਹੜਾ ਹਾਂਜੀ। ਜਪਜੀ ਸਾਹਿਬ ਨਾਲ ਜਪਜੀ ਸਾਹਿਬ ਦਾ ਨਿਰੰਤਰ ਪਾਠ ਚੱਲਦਾ। ਨਿਰੰਤਰ ਚੱਲਦਾ ਹੁੰਦਾ ਸੀ। 10 ਹੋ ਗਏ ਜੀ। ਜੀ ਜੀ ਤੇ 5 ਹੁੰਦੇ ਸੀ ਜਿਹੜੇ ਧੂਫ ਪੁਜਾਰੀ ਪਾਉਣ। ਤੇ ਧੂਫ ਪਾਉਣ ਵਾਲੇ। ਠੀਕ ਹੈ ਜੀ। ਹਾਂਜੀ ਤੇ 5 ਉਹਨਾਂ ਨੂੰ ਸੇਵਾਦਾਰ ਉੱਪਰ। ਇਹ ਜਿਹੜੀ 15 ਪਾਠੇ ਸੀ ਜੀ। ਇਹ ਜਿਹੜੀ ਸਮਗਰੀ ਧੂਫ ਹੁੰਦੀ ਸੀ ਨਾ ਜੀ, ਇਹ ਸਮਗਰੀ ਧੂਫ ਅੱਜ ਵੀ ਮਿਲਦੀ ਆ। ਹਾਂਜੀ ਹਾਂਜੀ ਜੜੀਆਂ ਬੂਟੀਆਂ ਤੋਂ ਬਣਦੀ ਹੁੰਦੀ ਸੀ, ਜੀ ਜੀ ਦੇਸੀ ਘੀ ਦੇ ਵਿੱਚ ਪਾ ਕੇ। ਦੇਸੀ ਘੇ ਦੇ। ਉਦਾਂ ਵੀ ਤੁਸੀਂ ਅੱਜ ਵੀ ਕਿਸੇ ਵੈਦ ਨੂੰ ਪੁੱਛ ਲਓ ਨਾ ਜੀ, ਹਾਂਜੀ ਹਾਂਜੀ ਕਿਸੇ ਸਾਇੰਸਦਾਨ ਨੂੰ ਵੀ ਪੁੱਛ ਲਓ, ਠੀਕ ਹੈ ਜੀ। ਉਹ ਕਹਿੰਦਾ ਅੱਗ ਦੇ ਉੱਤੇ ਦੇਸੀ ਘੀ ਜਿਹੜਾ ਪਾਉਣਾ, ਹਾਂਜੀ ਹਾਂਜੀ ਉਹ ਜਿਹੜਾ ਤੁਸੀਂ ਗੇੜਾ ਘਰ ਚ ਉਦਾਂ ਵੀ ਦੇ ਦਿਓ ਨਾ, ਹਾਂਜੀ ਹਾਂਜੀ ਉਹ ਤੁਹਾਡੇ ਵਾਤਾਵਰਨ ਨੂੰ ਸ਼ੁੱਧ ਕਰ ਦਿੰਦਾ। ਵਾਤਾਵਰਨ ਨੂੰ ਸ਼ੁੱਧ ਕਰਦਾ। ਜੜੀਆਂ ਬੂਟੀਆਂ ਸੀਗੀਆਂ, ਉਹਨਾਂ ਦਾ ਮਹੱਤਵ ਸੀ, ਉਹਨਾਂ ਦੀ ਮਹਿਕ ਸੀ, ਵਿੱਚ ਦੇਸੀ ਘੀ ਰਲ ਜਾਂਦਾ ਸੀ। ਸਰੋਂ ਦੇ ਤੇਲ ਦਾ ਦੀਵਾ ਲਾ ਕੇ ਦੇਖ ਲਓ, ਕਾਲਾ ਕਰ ਦੂ ਸਾਰਾ ਕੁਝ। ਹਾਂਜੀ, ਉਹ ਕਾਲੋ ਛੱਡਦਾ ਜੀ। ਜੋਤ ਜਿਹੜੀ ਆ ਉਹਦਾ ਵੀ ਬਹੁਤ ਮਹੱਤਵ ਸੀਗਾ। ਜੀ 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 ਤੇ ਫਿਰ ਭੋਗ ਪੈਣਾ। ਜੀ ਭੋਗ ਜਦੋਂ ਪੈਣਾ, ਚਲੋ ਸੰਗਤ ਸੁਣਦੀ ਹੁੰਦੀ ਸੀ, ਚਾਹ ਵੀ ਪਿਲਾਉਂਦੇ ਹੁੰਦੇ ਸੀ। ਜੀ। ਗਰੁੱਪਾਂ 'ਚ ਸ਼ੇਅਰ ਕਰੋ ਜੀ, ਅੱਗੇ ਤੋਂ ਅੱਗੇ ਗਰੁੱਪਾਂ 'ਚ। ਹਾਂਜੀ, ਜਿਆਦਾ ਲੰਗਰਾਂ ਦਾ ਨਹੀਂ ਸੀਗਾ, ਚਾਹ ਹੀ ਹੁੰਦੀ ਸੀ। ਠੀਕ ਹੈ। ਤੜਕੇ ਨੂੰ ਫਿਰ ਸੰਗਤ ਨੇ ਸੁਣਨ ਜਾਣਾ ਪਾਠ, ਸਮੇਂ ਦੇ ਹਿਸਾਬ ਨਾਲ। ਸਮੇਂ ਦੇ ਹਿਸਾਬ ਨਾਲ ਜੀ। ਪਾਠ ਸੁਣਨ ਜਾਣਾ। ਜੀ ਫਿਰ ਭੋਗ ਪਾਣੇ, 5 ਪਾਠੀ ਬੈਠੇ ਹੋਣੇ,
ਸਪੀਕਰ ਤਾਂ ਚਲੋ ਮੈਕ ਇੱਕੋ ਹੀ ਹੁੰਦਾ ਹਾਂਜੀ ਸੀ ਹਾਂਜੀ ਤੇ ਇੱਕ ਨੇ ਮੋਹਰੇ ਬੋਲਣਾ ਤਾਂ ਪੰਜਾਂ ਨੇ ਚੌਹਾਂ ਨੇ ਪਿੱਛੇ ਮਗਰ ਬੋਲਣਾ ਨਹੀਂ ਪੰਜੇ ਅਗਲੀ ਪੰਗ ਦੀ ਹਾਜ਼ਰ ਜੀ ਹਾਜ਼ਰ ਹੁੰਦੇ ਸੀ ਜੀ 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 ਹਾਂਜੀ। ਤੇ ਭੋਗ ਜਦੋਂ ਪੈ ਹਟਣਾ ਉਸ ਤੋਂ ਬਾਅਦ ਚ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ, ਫਿਰ ਲੋਕਾਂ ਨੂੰ ਹੋਰਨਾਂ ਨੂੰ ਛਕਾਉਂਦੇ ਹੁੰਦੇ। ਮੈਂ ਤਾਂ ਚਲੋ ਮੇਰੇ ਸਮੇਂ ਵੀ ਆਪਾਂ ਵੀ ਇੱਕ ਦੋ ਥੋੜੇ ਜਿਹੇ ਜੀ, ਜੀ। ਸਥਾਨਾਂ ਤੇ ਦੇਖਿਆ ਜਿੱਥੇ ਮਹਾਂਪੁਰਸ਼ਾਂ ਦੇ ਸਥਾਨ ਆ ਹਾਂਜੀ ਹਾਂਜੀ ਵੀ ਜਿੰਨਾ ਚਿਰ ਭੋਜਨ ਪ੍ਰਸ਼ਾਦਾ ਵਰਤਦਾ ਰਹਿੰਦਾ ਸੀ ਨਾ ਜੀ ਹਾਂਜੀ ਤਾਂ ਹਾਂਜੀ ਸਤਨਾਮ ਵਾਹਿਗੁਰੂ ਸਤਿਨਾਮ ਦਾ ਵਾਹਿਗੁਰੂ ਜਾਪ ਦਾ ਜਾਪ ਹਾਂਜੀ ਹਾਂਜੀ ਉਨਾ ਚਿਰ ਹੁੰਦਾ ਰਹਿਣਾ। ਚੱਲਦਾ ਸੀ ਜਦੋਂ ਸਾਰਿਆਂ ਨੂੰ ਵਰਤਦਾ ਸੀ ਉਸ ਜੀ। ਤੋਂ ਬਾਅਦ ਪ੍ਰਸ਼ਾਦਾ ਸ਼ੁਰੂ ਕਰਨਾ ਹਾਂਜੀ 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 ਹਨਾ ਜੀ। ਇਦਾਂ ਹੀ ਇਦਾਂ ਹੁਣ ਤਾਂ ਚਲੋ ਪਲੇਟਾਂ ਤੇ ਬਹਿਰਿਆਂ ਵਾਲਾ ਕੰਮ ਸ਼ੁਰੂ ਹੋ ਗਿਆ ਹਾਂਜੀ। ਜਾਂ ਪਰ- ਜਿੱਥੇ ਬਾਬਾ ਸਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀਰਾਂ ਵਾਲੇ ਬਾਬਾ ਜੀ ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬਾਬਾ ਜੀ। ਤੇ ਹੁਣ ਤਾਂ ਆਪਣੇ ਇਦਾਂ ਹੋ ਗਈ ਆ ਬਈ ਚਲੋ ਮੈਂ ਗੱਲ ਅੱਗੇ ਚੱਲ ਕੇ ਕਰਾਂਗਾ। ਫਿਰ ਜਦੋਂ ਭੋਗ ਪੈ ਜਾਂਦੇ ਸੀ ਜੀ ਹਾਂਜੀ ਹਾਂਜੀ ਭੋਗ ਪੈਣ ਤੋਂ ਪਹਿਲਾਂ ਸੰਗਤ ਆ ਜਾਂਦੀ ਸੀ ਆ ਸਾਰੀ ਜਾਂਦੀ ਸੀ, ਸਾਰੀ ਆ ਜਾਂਦੀ ਸੀ ਸੰਗਤ। ਜਾਣੀ ਇੰਨਾ ਕੀਰਤਨੀਆਂ ਦਾ ਬਹੁਤਾ ਨਹੀਂ ਸੀ ਹੁੰਦਾ ਕੀਰਤਨ ਉਦੋਂ ਦਾ ਜਿੱਥੇ ਹੁਣ ਤਾਂ ਚਲੋ ਮਹਾਰਾਜ ਦੀ ਕਿਰਪਾ ਪੰਡਾਲ ਲਾ ਲਈਦਾ ਬਾਹਰ, ਪਰ ਜੀ ਬਹਿੰਦਾ ਕੋਈ ਸ਼ਰਧਾ ਵਾਲਾ ਹੀ ਆ ਜੀ। ਜੀ ਹਾਂਜੀ। ਤੇ ਜਦੋਂ ਕੀਰਤਨ ਹੋਣਾ, ਕੀਰਤਨ ਹੋਏ ਤੇ ਬਾਅਦ ਦੇ ਵਿੱਚ ਫੇਰ ਅਰਦਾਸ ਹੋਣੀ ਦੁਬਾਰਾ। ਅੱਛਾ ਜੀ ਅਰਦਾਸ ਹੋ ਕੇ ਤਾਂ ਫੇਰ ਬਾਅਦ ਦੇ ਵਿੱਚ ਪ੍ਰਸ਼ਾਦ ਵੰਡ ਕੇ ਤਾਂ ਫੇਰ ਲੋਕਾਂ ਨੇ ਘਰਾਂ ਨੂੰ ਚੱਲ ਜਾਣਾ। ਠੀਕ ਹੈ ਜੀ ਉਹ ਆਈ ਸੰਗਤ ਨੂੰ ਨਹੀਂ ਕੋਈ ਛਕਾਉਂਦਾ ਹੁੰਦਾ ਸੀ। ਅੱਛਾ ਜੀ ਬੰਦੇ ਪਹਿਲਾਂ ਆਉਣੇ, ਫੇਰ ਬੀਬੀਆਂ ਨੇ ਆਉਣਾ, ਅੱਛਾ ਇਦਾਂ ਛਕਾਉਂਦੇ ਹੁੰਦੇ ਸੀ। ਤਾਂ ਆਪਣੀਆਂ ਥਾਲੀਆਂ ਲੈ ਕੇ ਜਾਣਾ, ਆ ਉਦੋਂ ਦੇ ਸਮੇਂ ਦੇ ਹਿਸਾਬ ਆਪਣੀਆਂ ਨਾਲ ਥਾਲੀਆਂ ਲੈ ਕੇ ਉਦੋਂ ਜਾਣਾ। ਸਮਾਂ ਇਦਾਂ ਦਾ ਸੀ ਹਨਾ ਤੇ ਮਰ ਹੁਣ ਜਾ ਤਾਂ ਚਲੋ ਬਾਣੀ ਆ ਇਹ ਮਹਾਰਾਜ ਦੀ ਹਨਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਕੱਟ ਕੇ ਆਪਾਂ ਛੋਟੀ ਕਰ ਦਿੱਤਾ, ਹਾਂ ਹਾਂ ਜੀ ਛੋਟੀ ਕਰ ਦਿੱਤਾ। ਮਹਿੰਗਾਈ ਹੋ ਗਈ, ਜਿੱਦਾਂ ਕੰਪਨੀਆਂ ਦੀਆਂ ਚੀਜ਼ਾਂ ਨਹੀਂ, ਹਲਕੀਆਂ ਗੱਡੀਆਂ ਕਰੀ ਮਹਿੰਗੀਆਂ ਚੱਲੋ ਪੈਸੇ ਜ਼ਿਆਦਾ ਲਈ ਗੱਡੀਆਂ ਚੱਲੋ ਹਲਕੀਆਂ ਕਰੀ ਚਲੋ ਤਾਂ ਪੈਸੇ ਜ਼ਿਆਦਾ ਕਰੀ ਜੀ ਚਲੋ। ਜੀ 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 ਆਪਾਂ ਇਹ ਚੀਜ਼ ਨਹੀਂ ਕਰ ਸਕਦੇ। ਜੀ। ਬਾਣੀ ਨੂੰ ਆਪਾਂ ਘੱਟ ਨਹੀਂ ਕਰ ਸਕਦੇ। ਬਾਣੀ ਵੱਧ ਤੋਂ ਵੱਧ ਜਿੰਨੀ ਅੱਗੇ ਨਾਲੋਂ ਵੀ ਜ਼ਿਆਦਾ ਆਪਾਂ ਸਤਿਕਾਰ ਕਰਨਾ ਸੀ, ਪਰ ਆਪਾਂ ਘਟਾਤਾ। ਜੀ 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 ਪੈਸਿਆਂ ਦੀ ਗੱਲ ਨਹੀਂ ਕਰਦੇ, ਪੈਸੇ ਜ਼ਿਆਦਾ ਹੋ ਗਏ। ਬਾਣੀ ਦਾ ਤਾਂ ਮੁੱਲ ਮਹਾਰਾਜ ਕੋਈ ਦੇ ਹੀ ਨਹੀਂ ਸਕਦਾ। ਬਿਲਕੁਲ ਬਿਲਕੁਲ ਜੀ ਠੀਕ ਹੈ ਨੀ, ਜੀ। ਇਹ ਤਾਂ ਆਪਣੀ ਸ਼ਰਧਾ ਆ। ਜੀ ਤੇ ਜੇ ਆਪਾਂ ਅੜ ਕੇ ਲੈ ਵੀ ਨਹੀਂ ਸਕਦੇ ਕਿਸੇ ਤੋਂ, ਅਗਲਾ ਕੋਈ ਗਰੀਬ ਹੁੰਦਾ ਕਰਾਉਣ ਵਾਲਾ ਨਹੀਂ ਕਰਾ ਸਕਦਾ। ਦੇਖੋ ਬਾਣੀ ਦੇ ਵਿੱਚ ਬਚਨ ਆ ਜੀ, ਹਾਂਜੀ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਜੀ 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 ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਕਰੀਜੈ। ਕਹਿੰਦੇ ਵੀ ਜੇ ਗੁਰੂ ਦੀ ਕੋਈ ਗੱਲ ਸੁਣਾਉਂਦਾ ਨਾ ਜੀ ਹਾਂਜੀ ਹਾਂਜੀ ਉਹਨੂੰ ਤਾਂ ਮੈਂ ਇੰਨਾ ਸਤਿਕਾਰ ਦਿੰਨਾ ਵੀ ਮੈਂ ਪੈਸੇ ਤਾਂ ਬਹੁਤ ਛੋਟੀ ਚੀਜ਼ ਆ ਹਾਂਜੀ ਵੀ ਮੇਰਾ ਜੀ ਕਰਦਾ ਉਹਨੂੰ ਆਪਣਾ ਸਿਰ ਵੱਢ ਕੇ ਉਹਦੇ ਬਹਿਣ ਨੂੰ ਬਣਾ ਦੇਵਾਂ ਜੀ ਜੀ ਹਨਾ। ਮਤਲਬ ਬਾਣੀ ਪੜਨ ਵਾਲੇ ਦਾ ਇੰਨਾ ਸਤਿਕਾਰ ਸੀ। ਜਾਣੀ ਤੁਸੀਂ ਇਹ ਗੱਲ ਦੱਸੀ ਆ ਜੀ। ਹਾਂਜੀ ਤੇ ਜਦੋਂ ਉਦੋਂ ਕਿਤੇ ਕੋਈ ਕੀਰਤਨੀਏ ਲੱਗਦੇ ਹੁੰਦੇ ਸੀ ਜੀ, ਹਾਂਜੀ ਹਾਂਜੀ ਕੋਈ ਪ੍ਰਚਾਰਕ ਢਾਡੀ ਜ਼ਿਆਦਾ ਸੁਣਦੀ ਹੁੰਦੀ ਸੀ ਹਾਂਜੀ ਹਾਂਜੀ ਸੰਗਤ, ਤੁਹਾਡੀ ਜ਼ਿਆਦਾ ਕਵੀਸ਼ਰ ਸਿੰਘਾਂ ਨੂੰ ਸੁਣਦੀ ਹੁੰਦੀ ਸੀ ਨਾ। ਹਾਂਜੀ ਤੇ ਉਦੋਂ ਜਿਹੜੇ ਪ੍ਰਚਾਰਕ ਪ੍ਰਚਾਰ ਕਰਦੇ ਹੁੰਦੇ ਸੀਗੇ, ਹਾਂਜੀ ਹਾਂਜੀ ਅੱਜ ਵਾਂਗੂ ਇੱਕ ਦੂਜੇ ਦੀ ਨਿੰਦਿਆ ਹੁੰਦੀ ਸੀ? ਨਾ ਜੀ ਨਾ, ਅੱਛਾ ਜੀ। ਨਿੰਦਿਆ ਦਾ ਤਾਂ ਕੋਈ ਕੰਮ ਹੀ ਨਹੀਂ ਸੀਗਾ। ਜਾਣੀ ਮਤਲਬ ਸਤਿਕਾਰ ਕਰਦੇ ਸੀ ਜੀ, ਇੱਕ ਦੂਏ ਦਾ ਸਤਿਕਾਰ ਕਰਦੇ ਸੀ। ਇੱਕ ਨੇ ਦੂਜੇ ਜਥੇਬੰਦੀ ਨੂੰ ਗਾਲ ਕੱਢਤੀ, ਦੂਜੇ ਨੇ ਤੀਜੇ ਨੂੰ ਕੱਢਤੀ, ਜਾਂ ਸਟੇਜ ਤੇ ਬਹਿ ਕੇ ਉਹਨੂੰ ਭੰਡਤਾ। ਨਹੀਂ ਜੀ ਨਹੀਂ, ਮੱਸਿਆ ਜਾਂਦੇ ਹੁੰਦੇ ਸੀ ਇੱਥੇ, ਅਸੀਂ ਆਪ ਗੱਡਾ ਲੈ ਕੇ ਜਾਂਦੇ ਹੁੰਦੇ ਸੀ। ਅੱਛਾ ਜੀ ਹੁਣ ਤਾਂ ਮੇਰਾ ਖਿਆਲ ਹੈ ਲੱਗਣੋਂ ਹਟ ਕੇ 14 ਉਹਨੂੰ ਕਹਿੰਦੇ ਸੀ, 14 ਵਾਲੀ ਰਾਤ ਜਾਣਾ ਅੱਛਾ ਜੀ ਗੱਡਾ ਲੈ ਕੇ। ਤਾਂ ਉੱਥੇ ਇੰਨੀ ਸੰਗਤ ਹੁੰਦੀ ਸੀ, ਕਰਤਾਰਪੁਰ ਸਾਹਿਬ ਬਹੁਤ ਜੀ। ਜ਼ਿਆਦਾ ਸੰਗਤ ਹੁੰਦੀ ਸੀ। ਠੀਕ ਹੈ ਜੀ ਤੇ ਉੱਥੇ ਰਾਗੀ ਢਾਡੀ ਸਾਰੀ ਰਾਤ ਚੱਲੀ ਜਾਣਾ ਕੰਮ। ਅੱਛਾ ਜੀ ਉੱਥੇ ਇੱਕ ਦੂਏ ਦੀ ਨਿੰਦਿਆ ਥੋੜੋ ਹੁੰਦੀ ਸੀ ਵੀ ਫਲਾਨਾ ਆ ਕਹਿ ਗਿਆ ਜਾਂ ਧਮਕੜਾ ਆ ਕਹਿ ਗਿਆ, ਇਦਾਂ ਨਹੀਂ ਸੀ। ਜੀ 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 ਹਾਂਜੀ। ਜੀ ਤੇ ਸੰਗਤ ਦਾ ਪਿਆਰ ਬਹੁਤ ਸੀ ਉਦੋਂ। ਆ ਗੁਰੂ ਸਾਹਿਬ ਦੇ ਪ੍ਰਤੀ ਹਾਂਜੀ ਹਾਂਜੀ ਗੁਰੂ ਉਦੋਂ ਸਾਹਿਬ ਮੈਂ ਕਹਿੰਦਾ ਇੱਕ ਕਾਰਨ ਇਹ ਵੀ ਸੀਗਾ ਵੀ ਉਦੋਂ ਇੰਨੇ ਪਾਠ ਵੀ ਨਹੀਂ ਹੁੰਦੇ ਸੀ ਹਨਾ, ਪਾਠ ਬਹੁਤ ਘੱਟ ਹੁੰਦੇ ਸੀ ਜੀ। ਜਿਹਦੇ 'ਚ ਹਿੰਮਤ ਹੁੰਦੀ ਸੀ ਉਹ ਕਰਾਉਂਦਾ ਹੁੰਦਾ ਉਹੀ ਕਰਾਉਂਦਾ ਹੁੰਦਾ ਤੇ ਸੀ। ਸਾਰਾ ਪਿੰਡ ਰਲ ਕੇ ਸੇਵਾ ਕਰਦਾ। ਸ਼ਾਂਤੀ ਵਰਤ ਜਾਂਦੀ ਸੀ, ਸੇਵਾ ਕਰਨ ਦਾ ਤਾਂ ਚਾਅ ਬਹੁਤ ਸੀ। ਠੀਕ ਹੈ ਜੀ। ਹਾਂਜੀ ਤੇ ਪਾਠੀ ਸਿੰਘਾਂ ਦੀ ਸੇਵਾ ਕਿੱਦਾਂ ਨਿਰੰਤਰ ਹੁੰਦੀ ਸੀ ਜੀ? ਪਾਠੀ ਸਿੰਘਾਂ ਦੀ 5 ਜਿਹੜੇ ਹਾਂਜੀ, ਹੋਰ ਹਾਂਜੀ। ਸੇਵਾ ਕਰਨ ਵਾਲੇ, ਉਹਨੇ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਨਾਲ ਹੀ, ਉਹ ਨਹੀਂ ਬਦਲੀ ਹੋਣਾ। ਠੀਕ ਹੈ ਜੀ। ਸੇਵਾ ਕਰਨ ਵਾਲਿਆਂ ਨੇ ਇਹ ਥੋੜੋ ਵੀ ਥਰਮੋਸ ਦੇ ਵਿੱਚ ਚਾਹ ਪਾ ਕੇ ਰੱਖ ਦਿੱਤੀ ਤਾਂ ਭਾਈ ਸਾਹਿਬ ਆਪੇ ਪਾ ਕੇ ਪੀ ਜਾਏ। ਆ ਵੀ ਸਾਨੂੰ ਨਹੀਂ ਪਤਾ ਰੱਖੀ ਤਾਂ ਹਨਾ। ਆਪਾਂ ਵੀ ਆ। ਹਨਾ ਚਲੋ ਆਪਾਂ ਡਿਊਟੀ ਨਹੀਂ ਬੈਠੇ, ਸੋ ਚਲੋ ਸੰਗਤ ਵੀ ਜੁੜ ਚੁੱਕੀ ਆ। ਤੇ ਮੈਂ ਹੁਣ ਤੁਹਾਡੇ ਨਾਲ ਇੱਕ ਬੇਨਤੀ ਸਾਂਝੀ ਕਰਦਾ ਜੀ। ਮੇਰੇ ਕੋਲ ਸਿੱਖ ਰਹਿਤ ਮਰਜ਼ਾਦਾ ਆ ਹਨਾ, ਜੇ ਤੁਸੀਂ ਇਹਨੂੰ ਇਦਾਂ ਦੇਖਣਾ ਇਦਾਂ ਵੀ ਦੇਖ ਸਕਦੇ ਹੋ। ਇੱਕ ਮਿੰਟ ਮੈਨੂੰ ਥੋੜਾ ਜਿਹਾ 2 ਮਿੰਟ ਦਿਓ, ਮੈਂ ਕੈਮਰਾ ਦੂਜੇ ਪਾਸੇ ਕਰਕੇ ਨਾ ਜੀ ਤੁਸੀਂ ਆ ਪੜ੍ਹ ਸਕਦੇ ਹੋ ਜੀ। ਸਿੱਖ ਰਹਿਤ ਮਰਜ਼ਾਦਾ ਤੇ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ। ਇੱਕ ਇਹ ਹੋ ਗਈ ਜੀ। ਤੇ ਇਦਾਂ ਹੀ ਦੂਜੀ ਵੀ ਦੇਖ ਲਓ, ਸਿੱਖ ਰਹਿਤ ਮਰਜ਼ਾਦਾ ਤੇ ਗਿਆਨ ਰਤਨ ਸਭ ਸੋਝੀ ਹੋਏ,
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਰਹਿਤ ਮਰਜ਼ਾਦਾ ਦੀ ਇਨ ਬਿਨ ਨਕਲ। ਇਸ ਗੱਲ ਨੂੰ ਆਪ ਜੀ ਸਮਝੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਰਹਿਤ ਮਰਜ਼ਾਦਾ ਦੀ ਇਨ ਬਿਨ ਨਕਲ, ਭਾਵ ਆ ਜਿਹੜੀ ਰਹਿਤ ਮਰਜ਼ਾਦਾ ਆ ਜੀ ਸ਼੍ਰੋਮਣੀ ਕਮੇਟੀ ਦੀ, ਇਹਦੇ 'ਚ ਜੋ ਲਿਖਿਆ ਹੋਊਗਾ ਉਹੀ ਇਨ ਬਿਨ ਇਹਦੇ 'ਚ ਲਿਖਿਆ ਹੋਊਗਾ। ਠੀਕ ਹੈ ਜੀ, ਆ ਤੁਸੀਂ ਪੜ੍ਹ ਸਕਦੇ ਹੋ। ਹਾਂਜੀ ਹਾਂਜੀ ਹਾਂਜੀ। ਤੇ ਪ੍ਰਕਾਸ਼ਕ ਸਿੱਖ ਮਿਸ਼ਨਰੀ ਕਾਲਜ ਰਜਿਸਟਰਡ ਲੁਧਿਆਣਾ। ਜੀ ਜੀ। ਹੁਣ ਇਹ ਜਿਹੜੀਆਂ ਦੋਨੇ ਇਹ ਮਰਜ਼ਾਦਾ ਨੇ ਕਾਪੀਆਂ ਨੇ ਆਪਣੇ ਕੋਲ, ਮਰਜ਼ਾਦਾ ਦੇ ਖਰੜੇ ਜਿਹੜੇ ਛਪੇ ਹੋਏ ਆ। ਹਾਂਜੀ ਹਾਂਜੀ। ਮੈਂ ਦੋਨੇ ਪੜਾਂਗਾ ਜੀ। ਹਾਂਜੀ ਹਾਂਜੀ। ਤੇ ਤੁਸੀਂ ਦੇਖੀ ਚੱਲਿਓ ਵੀ ਇਹਨਾਂ ਦੀ ਇਨ ਬਿਨ ਜਿਹੜੀ ਹੈਗੀ ਆ ਉਹ ਛਪਾਈ ਹੋਈ ਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਬਾਕੀ ਜੀ। ਆਪ ਜੀ ਬੜੇ ਧਿਆਨ ਨਾਲ ਸੁਣੋ। ਵੀ ਜੇ ਕਿਤੇ ਵਿੱਚੋਂ ਪੜਿਆ ਹੋਵੇ ਕਿਸੇ ਨੇ, ਉਹ ਵੀ ਸਵਾਲ ਕਰ ਸਕਦੇ ਆ। ਇਹ ਦੋਨੇ ਆ ਜੀ। ਇਹ ਕਿਉਂ ਤੁਹਾਡੇ ਸਾਹਮਣੇ ਕੀਤੀਆਂ, ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਖਰੇ ਆਪਣੇ ਕੋਲੋਂ ਹੀ ਪੜ੍ਹੀ ਜਾਂਦੇ ਹਾਂਜੀ ਨਾ। ਹਾਂਜੀ। ਮੈਂ ਦੋਨੇ ਇਦਾਂ ਹੀ ਪੇਜ ਸੇਮ ਰੱਖੂੰਗਾ, ਜਿੱਥੋਂ ਮੈਨੂੰ ਫਰਕ ਲੱਗੂ ਮੈਂ ਦੂਜੀ ਦੀ ਗੱਲ ਕਰੂੰਗਾ। ਜੇ ਦੋਨਾਂ 'ਚ ਇੱਕੋ ਹੀ ਚੀਜ਼ ਆ ਫਿਰ ਆਪਾਂ ਇੱਕੋ ਹੀ ਪੜ੍ਹੀ ਜਾਣੀ ਆ, ਹਨਾ। ਸਿੱਖ ਰਹਿਤ ਮਰਜ਼ਾਦਾ ਏਕ ਓੰਕਾਰ ਸਤਿਗੁਰ ਪ੍ਰਸਾਦ। ਬੜੇ ਪਿਆਰ ਨਾਲ ਸੁਣਿਓ ਸਾਰੇ, ਸਵਾਲ ਬਾਅਦ 'ਚ ਲੈਣੇ ਤੁਹਾਡੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੋਹ ਰੀਤ ਸਬ ਕਮੇਟੀ ਵੱਲੋਂ ਰੋਹ ਰੀਤ ਦੇ ਖਰੜੇ ਦੀ ਪ੍ਰਵਾਨਗੀ। ਇੱਥੇ ਇੱਕ ਗੱਲ ਸਮਝ ਲਓ ਜੀ, ਖਰੜੇ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਲਿਖੀ ਗਈ ਹੈ, ਪਾਸ ਨਹੀਂ ਹੋਈ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਭਾਈ ਸਾਹਿਬ ਜੀ ਕਹਿੰਦੇ ਸਾਡੇ ਕੋਲ ਦੋਨੇ ਹੈਗੀਆਂ। ਲਵਪ੍ਰੀਤ ਸਿੰਘ ਜੀ ਖੋਲ ਲਓ ਫਿਰ ਨਾਲ ਉਹਨਾਂ ਨੂੰ, ਜੇ ਕੋਲ ਹੈਗੀਆਂ ਤਾਂ ਖੋਲੋ। ਤੇ ਖਰੜੇ ਦਾ ਅਰਥ ਹੁੰਦਾ ਹੈ ਜੀ ਖਰੜਾ। ਤੁਸੀਂ ਦੇਖ ਲਿਓ, ਪੜ੍ਹੀ ਚੱਲਿਓ ਨਾਲ ਵੀ, ਮੈਂ ਕੁਝ ਗਲਤ ਤਾਂ ਨਹੀਂ ਕਹਿ ਰਿਹਾ ਕੋਲੋਂ। ਖਰੜੇ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਲਿਖੀ ਗਈ ਹੋਵੇ ਪਰ ਉਹਨੂੰ ਅੰਤਿਮ ਪ੍ਰਵਾਨਗੀ ਨਾ ਮਿਲੀ ਹੋਵੇ। ਜੀ ਜੀ ਜੀ। ਭਾਵ 100 ਰੁਪਏ ਦਾ ਨੋਟ ਤਾਂ ਬਣ ਗਿਆ, ਮੋਹਰ ਨਹੀਂ, ਪਰ ਉਹਦੇ ਤੇ ਮੋਹਰ ਨਹੀਂ ਹੈ ਹਜੇ, ਜੀ ਜੀ। ਹਨਾ। ਖਰੜੇ ਦਾ ਮਤਲਬ ਇਹ ਹੁੰਦਾ ਹੈ ਜੀ, ਸੁਣੋ ਸਾਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੋਹ ਰੀਤ ਸਬ ਕਮੇਟੀ ਵੱਲੋਂ ਰੋਹ ਰੀਤ ਦੇ ਖਰੜੇ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣੇ ਮਤਾ ਨੰਬਰ 1 ਮਿਤੀ 1/8/1936 ਰਾਹੀਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਾ ਨੰਬਰ 149 ਮਿਤੀ 12/10/1936 ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 7/1/1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ। ਜੀ ਜੀ ਜੀ। ਮਤਲਬ ਜੋ ਤੁਸੀਂ ਸਾਨੂੰ ਲਿਖ ਕੇ ਦਿੱਤਾ, ਹਾਂਜੀ, ਇਹਨੂੰ ਥੋੜਾ ਵਧਾਉਣ ਘਟਾਉਣ ਦੀ ਪਰਮਿਸ਼ਨ ਲਈ, ਵੀ ਇਹਨੂੰ ਸਲਾਹ ਦਿੱਤੀ ਵੀ ਥੋੜਾ ਵੱਧ ਘੱਟ ਕਰੋ, ਹਨਾ। ਠੀਕ ਹੈ ਜੀ। ਵਿੱਚ ਕੁਝ ਐਡ ਕਰੋ, ਕੁਝ ਕੱਢੋ, ਇਹ ਗੱਲ ਹੋਣੀ ਹੈ। ਤਾਂ ਇਹ 1945 ਚ ਠੀਕ ਹੈ। ਧਾਰਮਿਕ ਸਲਾਹਕਾਰ ਕਮੇਟੀ ਦੀ ਇਸ ਇਕੱਤਰਤਾ ਵਿੱਚ ਸੱਜਣ ਸਨ ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਭਾਈ ਸਾਹਿਬ ਭਾਈ ਅਸ਼ਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਪ੍ਰੋਫੈਸਰ ਤੇਜਾ ਸਿੰਘ ਜੀ MA ਖਾਲਸਾ ਕਾਲਜ ਅੰਮ੍ਰਿਤਸਰ, ਪ੍ਰੋਫੈਸਰ ਗੰਗਾ ਸਿੰਘ ਜੀ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਗਿਆਨੀ ਲਾਲ ਸਿੰਘ ਜੀ MA। ਜਾਣੀ ਕਿ ਇਹ 8 ਨਾਮ ਨੇ ਜੀ। ਠੀਕ ਹੈ ਜੀ। ਤੇ ਥੱਲੇ ਲਿਖਿਆ ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 3 ਫਰਵਰੀ 1945 ਦੇ ਮਤਾ ਨੰਬਰ 47 ਰਾਹੀਂ ਦਿੱਤੀ। ਜਾਣੀ 1945 ਦੇ ਵਿੱਚ ਇਹ ਦੁਬਾਰਾ ਕਿਹਾ ਗਿਆ ਵੀ ਇਹਦੇ ਵਿੱਚ ਕੁਝ ਐਡ ਵੀ ਕਰ ਸਕਦੇ ਆ, ਕੁਝ ਵਧਾ ਸਕਦੇ ਆ, ਕੁਝ ਘਟਾ ਸਕਦੇ ਆ। ਠੀਕ ਹੈ ਜੀ। ਅੱਗੇ ਹੈ ਜੀ, ਅਗਲੇ ਸਫ਼ਿਆਂ ਤੇ ਜੋ ਰਹਿਤ ਮਰਜ਼ਾਦਾ ਦਿੱਤੀ ਗਈ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੋਹ ਰੀਤ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਜਿਸ ਰਿਪੋਰਟ ਸਹਿਤ ਪੁੱਜੀ ਸੀ ਉਹ ਹੇਠ ਦਿੱਤੀ ਜਾਂਦੀ ਹੈ। ਜੀ ਜੀ। ਹੁਣ ਪੂਰੀ ਗੱਲ ਆਪਾਂ ਪੜ੍ਹੀ ਜਾਂਦੇ ਹਾਂ ਜੀ। ਰਿਪੋਰਟ ਕੀ ਦਿੱਤੀ ਫਿਰ ਉਸ ਕਮੇਟੀ ਨੇ? ਜੀ ਜੀ। ਸੇਵਾ ਵਿੱਚ ਸ਼੍ਰੀਮਾਨ ਸਕੱਤਰ ਸਾਹਿਬ। ਜੀ ਜੀ। ਸੁਣਿਓ ਜੀ, 2 ਮਿੰਟ ਲੱਗਣਗੇ ਪਰ ਸੁਣੀ ਚੱਲਿਓ। ਕਈ ਵਾਰੀ ਆਪਾਂ ਪੜ੍ਹਦੇ ਨਹੀਂ, ਕਈ ਗੱਲਾਂ ਵਿੱਚ ਸ਼ੰਕੇ ਆ ਉਹ ਦੂਰ ਹੋ ਜਾਣਗੇ। ਹਾਂ, ਕਈ ਗੱਲਾਂ ਵਿੱਚੋਂ ਨੋਟ ਕਰਨ ਵਾਲੀਆਂ ਹੁੰਦੀਆਂ। ਰੋਹ ਰੀਤ ਕਮੇਟੀ ਨੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਰਿਪੋਰਟ ਦਿੱਤੀ? ਜੀ ਜੀ। ਸੇਵਾ ਵਿਖੇ ਸ਼੍ਰੀਮਾਨ ਸਕੱਤਰ ਸਾਹਿਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ। ਸ਼੍ਰੀਮਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿੱਚ ਗੁਰਮਰਜ਼ਾਦਾ ਨੂੰ ਠੀਕ ਤਰ੍ਹਾਂ ਨਿਯਤ ਕਰਨ ਹਿੱਤ ਰਹਿਤ ਮਰਜ਼ਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ ਹੇਠ ਲਿਖੇ ਸੱਜਣਾਂ ਦੀ ਸਬ ਕਮੇਟੀ ਬਣਾਈ। ਜੀ ਜੀ ਇਹਦੇ ਵਿੱਚ ਤਕਰੀਬਨ 25 ਨਾਮ ਆ ਜੀ। ਜੀ ਜੀ ਇਹ ਤੋਂ ਅੱਗੇ ਪਹਿਰੇ 'ਚ ਲਿਖਦੇ ਆ, ਇਸ ਸਬ ਕਮੇਟੀ ਦੇ ਸਮਾਗਮ 4-5 ਅਕਤੂਬਰ 1931, ਜੀ 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਅਕਾਲ ਤਖਤ ਸਾਹਿਬ ਉੱਤੇ ਹੋਏ। ਜੀ ਇਹ 3 ਸਮਾਗਮ ਹੋਏ ਕਹਿੰਦੇ ਸਾਡੇ ਆ ਬੰਦਿਆਂ ਦੀ ਸਰਪ੍ਰਸਤੀ 'ਚ। ਠੀਕ ਹੈ। ਇੱਕ ਹੋਇਆ 1931 'ਚ ਹਾਂਜੀ 4-5 ਅਕਤੂਬਰ ਨੂੰ, ਠੀਕ ਹੈ। ਫਿਰ 3 ਜਨਵਰੀ 1932, ਫਿਰ 31 ਜਨਵਰੀ 1932। ਜੀ ਜੀ ਠੀਕ ਹੈ ਜੀ। ਅਕਾਲ ਤਖਤ ਸਾਹਿਬ ਉੱਤੇ ਸਮਾਗਮ ਹੋਏ, ਜੀ ਜੀ ਜਿਨ੍ਹਾਂ ਵਿੱਚ ਹੇਠ ਲਿਖੇ ਮੈਂਬਰ ਦਰਸ਼ਨ ਦੇ ਕੇ ਵਿਚਾਰ ਵਿੱਚ ਹਿੱਸਾ ਲੈਂਦੇ ਰਹੇ। ਅਕਾਲੀ ਕੌਰ ਜੀ, ਗਿਆਨੀ ਸ਼ੇਰ ਸਿੰਘ ਜੀ, ਸੰਤ ਮਾਨ ਸਿੰਘ ਜੀ ਨਿਰਮਲੇ, ਪ੍ਰੋਫੈਸਰ ਗੰਗਾ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ, ਗਿਆਨੀ ਹੀਰਾ ਸਿੰਘ ਜੀ ਦਰਦ, ਜੀ ਭਾਈ ਲਾਭ ਸਿੰਘ ਜੀ ਗ੍ਰੰਥੀ, ਗਿਆਨੀ ਠਾਕਰ ਸਿੰਘ ਜੀ, ਗਿਆਨੀ ਹਮੀਰ ਸਿੰਘ ਜੀ, ਬਾਬਾ ਹਰਕ੍ਰਿਸ਼ਨ ਸਿੰਘ ਜੀ MA, ਜਥੇਦਾਰ ਤੇਜਾ ਸਿੰਘ ਜੀ, ਭਾਈ ਤਰਲੋਚਨ ਸਿੰਘ ਜੀ ਦੇ ਦਾਸ ਕਨਵੀਨਰ। ਇਹਨਾਂ ਤੋਂ ਇਲਾਵਾ ਹੇਠਲੇ ਕੇ ਸੱਜਣ ਕਦੀ ਕਦੀ ਦਰਸ਼ਨ ਦਿੰਦੇ ਸੀ। ਸਰਦਾਰ ਧਰਮ ਅਨੰਤ ਸਿੰਘ ਜੀ, ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ, ਸਰਦਾਰ ਭਾਗ ਸਿੰਘ ਜੀ ਵਕੀਲ ਗੁਰਦਾਸਪੁਰ, ਬਸਾਵਾ ਸਿੰਘ ਜੀ ਸਕੱਤਰ ਸ਼੍ਰੋਮਣੀ ਕਮੇਟੀ, ਮਾਸਟਰ ਤਾਰਾ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ। ਇਹ ਖਰੜਾ ਇਸ ਰੋਹ ਰੀਤ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਠੀਕ ਹੈ ਜੀ, ਮੈਂ ਦੋਨੇ ਪਾਸੇ ਦੇਖੀ ਜਾਂਦਾ। ਆਸ਼ਾ ਹੈ ਆਪ ਇਸ ਖਰੜੇ ਨੂੰ ਪੰਥ ਦੀ ਰਾਏ ਲੈਣ ਲਈ ਛਪਵਾ ਕੇ ਪ੍ਰਕਾਸ਼ਿਤ ਕਰੋਗੇ ਅਤੇ ਰਾਵਾਂ ਆਉਣ ਤੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਅੰਤਮ ਪ੍ਰਵਾਨਗੀ ਲਈ ਪੇਸ਼ ਕਰੋਗੇ। ਹੁਣ ਇੱਥੇ ਗੱਲ ਸਮਝਣ ਵਾਲੀ ਹੈ ਗੁਰੂ ਪਿਆਰਿਓ, ਵੀ ਉਹ ਜਿਹੜੀ ਰੋਹ ਰੀਤ ਕਮੇਟੀ ਬਣੀ ਸੀ ਉਹਨਾਂ ਨੇ ਇਹ ਸ਼੍ਰੋਮਣੀ ਕਮੇਟੀ ਨੂੰ ਬਣਾ ਕੇ ਦਿੱਤਾ ਖਰੜਾ, ਤੇ ਅਖੀਰ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਖਰੜਾ, ਇਹ ਪੈਰਾ ਧਿਆਨ ਨਾਲ ਸੁਣਿਓ ਜੀ, ਇਹ ਖਰੜਾ ਇਸ ਰੋਹ ਰੀਤ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਆਸ਼ਾ ਹੈ, ਆਸ ਕਰਦੇ ਹਾਂ ਇਸ ਖਰੜੇ ਨੂੰ ਪੰਥ ਦੀ ਰਾਏ ਲੈਣ ਲਈ ਛਪਵਾ ਕੇ ਪ੍ਰਕਾਸ਼ਿਤ ਕਰੋਗੇ ਅਤੇ ਰਾਵਾਂ ਆਉਣ ਤੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਅੰਤਮ ਪ੍ਰਵਾਨਗੀ ਲਈ ਪੇਸ਼ ਕਰੋਗੇ। ਉਹਨਾਂ ਨੇ ਕਿਹਾ ਵੀ ਇਸ ਚੀਜ਼ ਨੂੰ ਛਪਾਓ, ਛਪਾ ਕੇ ਸੰਗਤਾਂ 'ਚ ਵੰਡੋ ਅਕਾਲ ਤਖਤ ਸਾਹਿਬ ਵੱਲੋਂ। ਇਹ ਕਿਉਂ ਵੰਡਣੀ ਆ ਕਿ ਇਸ ਨੂੰ ਪੜ੍ਹ ਕੇ ਕਿ ਲੋਕ ਆਪਣੀਆਂ ਸੰਸਥਾਵਾਂ ਜਾਂ ਆਮ ਸੰਗਤਾਂ ਆਪਣੀਆਂ ਰਾਵਾਂ ਦੇਣ, ਆਪਣੀ ਸਲਾਹ ਦੇਣ ਵੀ ਇਹ ਜੋ ਲਿਖਿਆ ਸਹੀ ਆ ਜਾਂ ਸਾਨੂੰ ਪ੍ਰਵਾਨ ਆ ਜਾਂ ਨਹੀਂ। ਤੇ ਜਦੋਂ ਸਲਾਹਾਂ ਆ ਜਾਣ ਕਿਹਦੀ ਗਿਣਤੀ ਜ਼ਿਆਦਾ ਆ ਉਹਨੂੰ ਫਿਰ ਪ੍ਰਵਾਨਗੀ ਦੇ ਦਿੱਤੀ ਜਾਵੇ, ਹਨਾ ਜੀ। ਉਸ ਤੋਂ ਬਾਅਦ ਕੀ ਲਿਖਦੇ ਆ, ਇਸ ਤੋਂ ਉਪਰੰਤ ਸ਼੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ 8 ਮਈ 1932 ਨੂੰ ਖਰੜੇ ਉੱਤੇ ਇੱਕ ਵਾਰੀ ਹੋਰ ਵਿਚਾਰ ਕੀਤੀ ਗਈ। ਹੇਠ ਲਿਖੇ ਸੱਜਣ ਹਾਜ਼ਰ ਸਨ। 8 ਮਈ ਨੂੰ ਫਿਰ ਇੱਕ ਮੀਟਿੰਗ ਹੋਈ ਜੀ 1932 ਨੂੰ, ਹਨਾ। ਇਹ ਜਿਹੜੀ 1932 ਨੂੰ ਫਿਰ ਮੀਟਿੰਗ ਹੋਈ ਸ਼੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ, ਉਹਦੇ ਚ ਕੌਣ ਕੌਣ ਹਾਜ਼ਰ ਸਨ? ਜਥੇਦਾਰ ਤੇਜਾ ਸਿੰਘ ਜੀ, ਸੰਤ ਤੇਜਾ ਸਿੰਘ ਜੀ ਗ੍ਰੰਥੀ ਸ਼੍ਰੀ ਨਨਕਾਣਾ ਸਾਹਿਬ, ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ, ਗਿਆਨੀ ਨਾਹਰ ਸਿੰਘ ਜੀ, ਸਰਦਾਰ ਬਸਾਵਾ ਸਿੰਘ ਜੀ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਕਰਤਾਰ ਸਿੰਘ ਝੱਬਰ ਜੀ, ਸਰਦਾਰ ਬਰਿਆਮ ਸਿੰਘ ਜੀ ਗਰਮੂਲਾ ਮੈਂਬਰ ਇੰਚਾਰਜ ਨਨਕਾਣਾ ਸਾਹਿਬ, ਉਦੋਂ ਪਾਕਿਸਤਾਨ ਵੱਖਰਾ ਨਹੀਂ ਸੀ ਹੋਇਆ ਹਜੇ, ਭਾਈ ਪ੍ਰਤਾਪ ਸਿੰਘ ਜੀ ਪੁਸਤਕਾਂ ਵਾਲੇ, ਸਰਦਾਰ ਲਾਲ ਸਿੰਘ ਜੀ ਸ਼੍ਰੋਮਣੀ ਕਮੇਟੀ, ਜਥੇਦਾਰ ਮੋਹਨ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਆਦਿ। ਇਸ ਤੋਂ ਉਪਰੰਤ ਕਈ ਸੱਜਣਾਂ ਦੇ ਜ਼ੋਰ ਦੇਣ ਤੇ ਖਰੜੇ ਉੱਤੇ ਮੁੜ ਵਿਚਾਰ ਕਰਨ ਲਈ ਬਹੁ ਰੀਤ ਕਮੇਟੀ ਦਾ ਇੱਕ ਹੋਰ ਸਮਾਗਮ 26 ਸਤੰਬਰ 1932 ਨੂੰ ਕੀਤਾ ਗਿਆ। ਮਤਲਬ 5ਵੀਂ 6ਵੀਂ ਮੀਟਿੰਗ ਹੋ ਗਈ, ਹਨਾ ਜੀ। ਫਿਰ ਹੋਇਆ ਜੀ, ਇਸ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਸੀਗੇ, ਗਿਆਨੀ ਸ਼ੇਰ ਸਿੰਘ ਜੀ, ਗਿਆਨੀ ਠਾਕਰ ਸਿੰਘ ਜੀ, ਗਿਆਨੀ ਹਮੀਰ ਸਿੰਘ ਜੀ, ਭਾਈ ਲਾਭ ਸਿੰਘ ਜੀ ਗ੍ਰੰਥੀ ਦਰਬਾਰ ਸਾਹਿਬ, ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ, ਭਾਈ ਜੋਗਿੰਦਰ ਸਿੰਘ ਜੀ ਮੀਤ, ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ, ਜਥੇਦਾਰ ਤੇਜਾ ਸਿੰਘ ਜੀ, ਗਿਆਨੀ ਨਾਹਰ ਸਿੰਘ ਜੀ ਤੇ ਦਾਸ ਕਨਵੀਨਰ। ਇਹਨਾਂ ਤੋਂ ਇਲਾਵਾ ਸੰਤ ਤੇਜਾ ਸਿੰਘ ਜੀ MA ਵੀ ਵਿਚਾਰ ਵਿੱਚ ਹਿੱਸਾ ਲੈਂਦੇ ਰਹੇ। ਕਮੇਟੀ ਨੇ ਬੜੇ ਗੌਰ ਨਾਲ ਸਾਰੇ ਖਰੜੇ ਉੱਤੇ ਵਿਚਾਰ ਕੀਤੀ ਅਤੇ ਇਸ ਨੂੰ ਅੱਛੀ ਤਰ੍ਹਾਂ ਸੋਧਿਆ।
ਆ ਪਹਿਲਾਂ ਬੇਨਤੀ ਸੁਣੋ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਗਰੂਪ ਸਿੰਘ ਜੀ ਕੱਲ ਹਾਜ਼ਰੀ ਲਵਾ ਰਹੇ ਸੀ। ਹੁਣ ਇਹ ਖਰੜਾ ਬਹੁ ਰੀਤ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਕਿਰਪਾ ਕਰਕੇ ਇਸ ਖਰੜੇ ਨੂੰ ਛਪਵਾ ਕੇ ਸੰਗਤਾਂ ਦੀ ਸੇਵਾ ਵਿੱਚ ਇੱਕ ਵਾਰ ਅੰਤਮ ਵਾਰ ਭੇਜੋ। ਹਾਂਜੀ ਨਾਲ ਹੀ ਇਸ ਖਰੜੇ ਨੂੰ ਵਿਚਾਰ ਤੇ ਅੰਤਮ ਪ੍ਰਵਾਨਗੀ ਦੇਣ ਲਈ ਸ਼੍ਰੋਮਣੀ ਕਮੇਟੀ ਖਾਸ ਇਜਲਾਸ ਬੁਲਾਇਆ ਜਾਵੇ। ਜੀ ਜੀ 1 ਅਕਤੂਬਰ 1932। ਦਾਸ ਤੇਜਾ ਸਿੰਘ ਕਨਵੀਨਰ ਰਹੁ ਰੀਤ ਕਮੇਟੀ ਜਿਹੜੀ ਬਣਾਈ ਸੀਗੀ ਜੀ ਜੀ ਰਹਿਤ ਮਰਜ਼ਾਦਾ ਬਣਾਉਣ ਲਈ, ਹਨਾ। ਜੀ। ਫਿਰ ਇਹਨਾਂ ਤੋਂ ਬਾਅਦ ਜੀ ਹਾਂਜੀ ਕਈ ਫਿਰ ਬਹੁਤ ਜਾਣੀ ਕਿ ਕਮੇਟੀਆਂ ਨੇ ਇਹਨਾਂ ਨੂੰ ਰਾਵਾਂ ਦਿੱਤੀਆਂ। ਜੀ 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 ਉਹ ਰਾਵਾਂ ਕਿਹੜੀਆਂ ਕਿਹੜੀਆਂ ਆਈਆਂ ਜੀ ਉਹ ਵੀ ਆਪਾਂ ਬੋਲ ਦਿੰਨੇ ਆ। ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਅਗਲੀ ਗੱਲ ਕਰਾਂਗੇ, ਹਨਾ ਜੀ। ਹਾਂਜੀ ਇੱਕ ਹੈਗਾ ਜੀ ਖਰੜੇ ਸੰਬੰਧੀ ਰਾਵਾਂ ਭੇਜਣ ਵਾਲੇ ਸੱਜਣਾ ਤੇ ਸੁਭਾਵਾਂ ਦੀ ਫਹਿਰਿਸਤ, ਭਾਵ ਜਿਨ੍ਹਾਂ ਨੇ ਭੇਜੀ ਇਹ ਨਾ ਹੈਗੇ ਜੀ 50। ਹਾਂਜੀ ਹਾਂਜੀ ਇੱਕ ਹੈ ਜੀ ਰਹੁ ਰੀਤ ਖਰੜੇ ਸੰਬੰਧੀ ਹੇਠ ਲਿਖੇ ਪੰਥਕ ਜਥਿਆਂ ਵੱਲੋਂ ਰਾਵਾਂ ਪੁੱਜੀਆਂ। ਜੀ ਜੀ ਕਿਹੜੇ ਜਥੇ ਸਨ? ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ, ਜੀ ਜੀ ਖਾਲਸਾ ਕਮੇਟੀ ਸਕੂਲ ਹੋਤੀ, ਹੂੰ, ਸ਼੍ਰੀ ਗੁਰੂ ਸਿੰਘ ਸਭਾ ਗੁਜਰਾਂਵਾਲਾ, ਸਿੱਖ ਇਸਤਰੀ ਵਿਦਿਅਕ ਕਮੇਟੀ ਸ਼ਾਂਕਰ ਜਲੰਧਰ, ਸ਼ਾਂਕਰ ਜਿਹੜਾ, ਜੀ ਜੀ ਸੰਗਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਗੁਰੂ ਸਿੰਘ ਸਭਾ ਗੁਜਰ ਖਾਨ, ਜੀ ਜੀ ਸ਼੍ਰੀ ਗੁਰੂ ਸਿੰਘ ਸਭਾ ਚੱਕ ਝੁਮਰਾ ਮੰਡੀ ਲੈਲਪੁਰ ਪਾਕਿਸਤਾਨ, ਹਾਂਜੀ ਸ਼੍ਰੀ ਗੁਰੂ ਸਿੰਘ ਸਭਾ ਕੁੰਤਰੀਲਾ ਰਾਵਲਪਿੰਡੀ, ਅਕਾਲੀ ਜਥਾ ਸ਼ਹਿਰ ਅੰਮ੍ਰਿਤਸਰ ਸਾਹਿਬ, ਸਿੱਖ ਟੀਚਰਜ਼ ਐਸੋਸੀਏਸ਼ਨ, ਖਾਲਸਾ ਸਕੂਲ ਖਾਰੀਆ ਗੁਜਰਾਤ, ਖਾਲਸਾ ਸੈਂਟਰਲ ਦੀਵਾਨ ਸ਼੍ਰੋਮਣੀ ਪੰਥ ਮਲਾਉਣੀ ਜਥਾ ਮਾਝਾ, ਸ਼੍ਰੀ ਗੁਰੂ ਸਿੰਘ ਸਭਾ ਢੁਡਿਆਲ ਜੇਹਲਮ, ਸ਼੍ਰੀ ਗੁਰੂ ਸਿੰਘ ਸਭਾ ਬੰਬਈ, ਗੁਰੂ ਨਾਨਕ ਖਾਲਸਾ ਮਿਡਲ ਸਕੂਲ ਡੇਰਾ ਸਾਹਿਬ ਜਾਮਾ ਰਾਏ, ਖਾਲਸਾ ਦੀਵਾਨ ਲਾਹੌਰ ਛਾਉਣੀ, ਸੈਂਟਰਲ ਸਿੱਖ ਜੋ ਨੌਜਵਾਨ ਸਭਾ ਬਰਮਾ ਟੌਜੀ ਬਾਹਰ ਤੋਂ, ਜੀ ਜੀ ਸਕੱਤਰ ਅਕਾਲੀ ਜਥਾ ਤਹਿਸੀਲ ਅੰਬਾਲਾ, ਸ਼੍ਰੀ ਗੁਰੂ ਸਿੰਘ ਸਭਾ ਖੁਸ਼ਾਬ ਸਰਗੋਧਾ, ਪੈਸੀਫਿਕ ਕੋਸਟ ਖਾਲਸਾ ਦੀਵਾਨ ਹਾਂਜੀ ਸਟਾਰਕਟਨ ਅਮਰੀਕਾ, ਗੁਰਦੁਆਰਾ ਕਮੇਟੀ ਮੋਮਿਓ ਬਰਮਾ, ਹੂੰ, ਜਥੇਦਾਰ ਬੁੱਢਾ ਦਲ ਨਿਹੰਗ ਸਿੰਘਾਂ ਚੱਲਦਾ ਵਹੀਰ ਧੋਬੀ ਮੰਡੀ ਲਾਹੌਰ। ਹਾਂਜੀ ਹੁਣ ਇਹਨਾਂ ਵੱਲੋਂ ਰਾਵਾਂ ਭੇਜੀਆਂ ਗਈਆਂ ਹਨ ਜੀ ਜੀ ਤੇ ਰਾਵਾਂ ਕੀ ਭੇਜੀਆਂ ਗਈਆਂ ਇਹਦੇ ਉੱਤੇ ਉਹ ਸ਼ੁੱਧ ਸਪਸ਼ਟ ਕੁਝ ਨਹੀਂ ਲਿਖਿਆ ਹੈਗਾ, ਹਨਾ ਜੀ, ਜੀ ਜੀ ਵੀ ਇਹਨਾਂ ਦੇ ਉੱਤੇ ਫੈਸਲਾ ਲੈ ਲਿਆ ਗਿਆ ਜਾਂ ਨਹੀਂ ਲਿਆ ਗਿਆ, ਜੀ 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 ਇਹ ਕੁਝ ਨਹੀਂ ਲਿਖਿਆ ਗਿਆ ਹੈਗਾ ਹਾਂਜੀ ਹਾਂਜੀ ਇਹਦੇ ਉੱਪਰ। ਤੋ ਇਹ ਤੋਂ ਗਾਂ ਫਿਰ ਸਿੱਖ ਰਹਿਤ ਮਰਜ਼ਾਦਾ ਸ਼ੁਰੂ ਹੋ ਜਾਂਦੀ ਜੀ, ਜੀ ਜੀ ਹਨਾ ਜੀ। ਹਾਂਜੀ ਨਾਲ ਨਾਲ ਚਾਹ ਛਕ ਲੈਨੇ ਆ ਜੀ, ਲਓ ਜੀ ਮਹਾਰਾਜ। ਕਿਉਂਕਿ ਥੋੜਾ ਜਿਹਾ ਡੂੰਘਾ ਵਿਸ਼ਾ, ਸੰਗਤ ਕਈ ਵਾਰੀ ਫਿਰ ਨਾ ਜੀ। ਹੂੰ, ਹੁਣ ਸਿੱਖ ਰਹਿਤ ਮਰਜ਼ਾਦਾ ਸਿੱਖ ਦੀ ਤਾਰੀਫ ਕੀ ਆ? ਹਾਂਜੀ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ 10 ਗੁਰੂ ਸਾਹਿਬਾਨਾਂ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਜੀ ਜੀ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ, ਸ਼ਖਸੀ ਤੇ ਪੰਥਕ। ਸ਼ਖਸੀ ਰਹਿਣੀ ਦਾ ਮਤਲਬ ਨਾਮ ਬਾਣੀ ਦਾ ਅਭਿਆਸ, ਗੁਰਮਤ ਦੀ ਰਹਿਣੀ ਜੀ ਤੇ ਸੇਵਾ। ਜੀ ਜੀ ਹਾਂਜੀ, ਫਿਰ ਨਾਮ ਬਾਣੀ ਦਾ ਅਭਿਆਸ ਕਿਹੜਾ ਹੋਣਾ ਚਾਹੀਦਾ ਜੀ? ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ। ਸੁਣੋ, ਸਿੱਖ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੇ, ਜੀ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ਵਾਹਿਗੁਰੂ ਨਾਮ ਜਪੇ। ਜੀ ਦੋਨੇ ਸੇਮ ਨੇ ਜੀ। ਹਾਂਜੀ ਨਿਤਨੇਮ ਕੀ ਆ? ਜੀ ਜੀ ਆਪ ਸਵਈਏ, ਇਹ ਆਨੰਦ ਸਾਹਿਬ ਦਾ ਜ਼ਿਕਰ ਆਇਆ ਜੀ, ਅੱਛਾ ਜੀ ਜਿਹੜਾ ਆਪਾਂ ਪੰਜ ਬਾਣੀਆਂ ਆਪਾਂ ਜ਼ਿਕਰ ਕਰੀਦਾ, ਅੱਛਾ ਜੀ ਤੇ ਨਾ ਇਹਦੇ ਵਿੱਚ ਚੌਪਈ ਸਾਹਿਬ ਦਾ ਲਿਖਿਆ, ਉਹਦੇ ਤੇ ਅਜੇ ਤੇ ਕਿਸੇ 'ਚ ਵੀ ਨਹੀਂ ਲਿਖਿਆ ਦੋਵਾਂ ਅੱਛਾ 'ਚ। ਜੀ ਠੀਕ ਹੈ। ਹਾਂਜੀ, ਹੂੰ ਹੁਣ ਇੱਥੇ ਦੇਖੋ ਇਹ ਦੋਨਾਂ 'ਚ ਇਹੀ ਲਿਖਿਆ ਵੀ ਜਾਪ ਸਾਹਿਬ, ਜਪਜੀ ਸਾਹਿਬ ਪੜ੍ਹਨਾ ਅੰਮ੍ਰਿਤ ਵੇਲੇ, ਜਾਪ ਸਾਹਿਬ ਪੜ੍ਹਨਾ ਹਾਂਜੀ ਤੇ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਠੀਕ ਕੇ, ਹੈ, ਹਨਾ ਜੀ। ਠੀਕ ਹੈ। ਤੇ ਇਹਦੇ 'ਚ ਨਾ ਤੇ ਚੌਪਈ ਸਾਹਿਬ ਦਾ ਜ਼ਿਕਰ ਆ ਜੀ ਜੀ ਵੀ ਅੰਮ੍ਰਿਤ ਵੇਲੇ ਪੜ੍ਹਨਾ, ਜੀ ਜੀ ਨਾ ਸ਼੍ਰੀ ਆਨੰਦ ਸਾਹਿਬ ਜੀ ਵੱਡਾ ਜਿਹੜਾ ਪੂਰਾ ਸੰਪੂਰਨ ਪਾਠ ਜੀ ਆ, ਜੀ ਜੀ ਇਹ ਦੋਨਾਂ ਵਿੱਚ ਹੀ ਹੈ ਨਹੀਂ, ਹਨਾ। ਠੀਕ ਹੈ ਜੀ ਭਾਵ ਤਿੰਨ ਬਾਣੀਆਂ ਦਾ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਆ, ਠੀਕ ਹੈ ਜੀ ਤੇ ਜਦ ਕਿ ਪੰਜ ਬਾਣੀਆਂ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਂਦੀਆਂ ਤੇ
ਇਹ ਚੱਲਦਾ ਆ ਵੀ ਸਿੱਖ ਅੰਮ੍ਰਿਤ ਵੇਲੇ 5 ਬਾਣੀਆਂ ਪੜ੍ਹੇ, ਹਾਂਜੀ ਸਿੱਖ 5 ਬਾਣੀਆਂ ਪੜ੍ਹੇ ਹਨ। ਹਾਂਜੀ ਚਲੋ ਸ਼ਾਮ ਦਾ ਸਮਾਂ, ਸੂਰਜ ਸ਼ਾਮ ਵੇਲੇ ਸੂਰਜ ਡੁੱਬੇ ਜੀ ਜੀ ਪੜ੍ਹਨੀ, ਉਹ ਕਿਹੜੀ ਬਾਣੀ ਹੈ ਜੀ? ਜੀ ਜੀ ਉਹਦੇ ਵਿੱਚ ਬਾਣੀ ਆ ਜਾਂਦੀ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ 9 ਸ਼ਬਦ। ਜੀ ਜੀ ਸੋਦਰ ਤੋਂ ਲੈ ਕੇ ਸ਼ਰਨ ਪਰੇ ਕੀ ਰੱਖੋ ਸਰਮਾ, ਜੀ ਜੀ ਬੇਨਤੀ ਚੌਪਈ ਪਾਤਸ਼ਾਹੀ 10ਵੀਂ ਤੋਂ ਲੈ ਕੇ ਦੁਸ਼ਟ ਦੋਖ ਤੇ ਲੇਹੋ ਬਚਾਈ ਤੱਕ, ਸਵਈਆ ਪਾਏ ਗਏ ਜਬ ਤੇ ਤੁਮਰੇ, ਠੀਕ ਹੈ ਜੀ ਦੋਹਰਾ ਸਗਲ ਦੁਆਰ ਕੋ ਛੱਡ ਕੇ, ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ, ਅੰਤਲੀ ਇੱਕ ਪੌੜੀ, ਮੁੰਦਾਵਣੀ ਤੇ ਸ਼ਲੋਕ ਮਹੱਲਾ 5ਵਾਂ, ਤੇਰਾ ਕੀਤਾ ਜਾਤੋ ਨਹੀਂ। ਅੱਛਾ ਇਹ ਸ਼ਾਮ ਦੀਆਂ ਬਾਣੀਆਂ ਜਾਣੀ ਰਹਿਰਾ ਸਾਹਿਬ ਦੇ ਵਿੱਚ। ਠੀਕ ਹੈ ਜੀ ਸੋਹਿਲਾ ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ, ਜੀ ਜੀ ਅੰਮ੍ਰਿਤ ਵੇਲੇ ਅਤੇ ਸੋਧਰ ਵੇਲੇ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ। ਜੀ ਜੀ ਠੀਕ ਹੈ ਜੀ, ਹਾਂਜੀ ਅਰਦਾਸ ਸਿੱਖ ਨੇ ਕਰਨੀ ਹੈ ਦੋਨਾਂ ਵੇਲੇ। ਹੁਣ ਪਹਿਲੀ ਗੱਲ ਹੈ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿੱਚ ਹਾਂਜੀ ਹਾਂਜੀ 5 ਬਾਣੀਆਂ ਦਾ ਜ਼ਿਕਰ ਦੋਨਾਂ 'ਚ ਹੀ ਹੈ ਨਹੀਂ, ਹਨ ਅੱਛਾ ਜੀ ਦੋਨਾਂ 'ਚ ਹੀ ਹੈ ਨਹੀਂਗਾ। ਅੱਛਾ ਜੀ ਇਹ ਤੋਂ ਅੱਗੇ ਆਪਾਂ ਹੁਣ ਇਹ ਪੜ੍ਹਦੇ ਆਂ ਵੀ ਅਰਦਾਸ ਜਦੋਂ ਹੋ ਜਾਂਦੀ ਹੈ, ਅਰਦਾਸ ਤੋਂ ਬਾਅਦ ਫਿਰ ਅਗਲੀ ਮਰਜ਼ਾਦਾ ਕੀ ਲਿਖੀ ਗਈ ਹੈ ਨਾ, ਜੀ ਜੀ ਕਿਉਂਕਿ ਹੈ ਥੋੜਾ ਜਿਹਾ ਗੰਭੀਰ ਵਿਸ਼ਾ ਆ। ਹਾਂਜੀ ਹਾਂਜੀ ਇਹ ਸੁਣੀ ਵੀ ਚੱਲਿਓ, ਕਿਉਂਕਿ ਅੱਜ ਇਦਾਂ ਲੱਗਣਾ ਵੀ ਇਹ ਬੋਰ ਜਿਹਾ ਕਰਦੇ ਆ ਸਾਨੂੰ, ਹਨਾ, ਪਰ ਇਸੇ ਗੱਲ ਦਾ ਹੀ ਤਾਂ ਰੌਲਾ। ਅਸੀਂ ਪੜ੍ਹਨ ਸ਼ਾਂਕੇ ਜਿਹੜੇ ਉਹ ਦੂਰ ਕਰਨੇ, ਅਸੀਂ ਪੜ੍ਹਦੇ ਆ, ਦੇਖ ਲਓ ਦੋਨੇ ਨੇ ਮੇਰੇ ਹੱਥ 'ਚ, ਅਸੀਂ ਪੜ੍ਹਦੇ ਨਹੀਂ ਕਰਕੇ ਤਾਂ ਸਾਨੂੰ ਅੱਜ ਭੰਬਲ ਭੂਸਾ ਪਿਆ ਹੋਇਆ, ਹਨਾ। ਹਾਂਜੀ ਹਾਂਜੀ ਹੁਣ ਅਰਦਾਸ ਤੋਂ ਬਾਅਦ ਅਰਦਾਸ ਹੋਣ ਸਮੇਂ ਸੰਗਤ ਵਿੱਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਹੋਵੇ ਉਹ ਵੀ ਉੱਠ ਕੇ ਖੜਾ ਹੋਵੇ। ਅੱਛਾ ਜੀ ਠੀਕ ਹੈ ਜੀ, ਚੌਰ ਕਰਦਾ ਹੋਵੇ ਜਾਣੀ। ਜੀ ਜੀ ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜੋ ਕੇ ਹੱਥ ਜੋੜ ਕੇ ਅਰਦਾਸ ਕਰੇ। ਜੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦ ਨਾ ਹੋਣ ਹਾਂਜੀ ਤਾਂ ਕਿਸੇ ਪਾਸੇ ਨੂੰ ਵੀ ਮੂੰਹ ਕਰਕੇ ਅਰਦਾਸ ਕਰਨੀ ਕੀਤੀ ਜਾ ਸਕਦੀ, ਪ੍ਰਵਾਨ ਆ। ਠੀਕ ਹੈ ਜੀ ਠੀਕ ਹੈ ਜੀ, ਦੋਨਾਂ 'ਚ ਇੱਕੋ ਹੀ ਚੀਜ਼ ਹੈ। ਠੀਕ ਹੈ ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੇਕ ਆਦਮੀਆਂ ਵੱਲੋਂ ਹੋਵੇ ਜੀ ਜੀ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ। ਜੀ ਜੀ ਮਤਲਬ ਜਿੱਦਾਂ ਆਪਾਂ ਆਨੰਦ ਕਾਰਜਾਂ ਵੇਲੇ ਧੀ ਪੁੱਤ ਦੀ ਹਾਂਜੀ, ਅਰਦਾਸ, ਠੀਕ। ਬਾਕੀ ਸੰਗਤ ਬੈਠੀ ਰਵੇ, ਹਨਾ। ਠੀਕ ਹੈ ਜੀ ਨਹੀਂ ਬਾਬਾ ਜੀ, ਚਾਹ ਨਹੀਂ ਠੰਡੀ ਹੋਈ, ਚਾਹ ਬੋਤਲ 'ਚ ਹੁੰਦੀ, ਗਰਮ ਹੁੰਦੀ। ਧੰਨਵਾਦ ਜੀ, ਆ ਸੁਣੀ ਚੱਲਿਓ ਜੀ। ਫਿਰ ਉਸ ਤੋਂ ਬਾਅਦ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ ਕਿੱਦਾਂ ਕਰਨਾ ਜੀ। ਜੀ ਜੀ ਹਾਂਜੀ, ਇੱਥੇ 2-4 ਗੱਲਾਂ ਬਹੁਤ ਇੰਪੋਰਟੈਂਟ ਆ ਜੀ। ਹਾਂਜੀ ਹਾਂਜੀ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਦੀ ਮਰਜ਼ਾਦਾ ਜੀ, ਜੀ ਜੀ ਦੋਨਾਂ ਦੇ ਵਿੱਚ ਕੀ ਲਿਖਿਆ? ਗੁਰਬਾਣੀ ਦਾ ਅਸਰ ਸਾਧ ਸੰਗਤ 'ਚ ਬੈਠਿਆਂ ਵਧੇਰੇ ਹੁੰਦਾ। ਜੀ ਜੀ ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲ ਦੇ ਅਸਥਾਨਾਂ ਜੀ ਗੁਰਦੁਆਰਿਆਂ ਦੇ ਦਰਸ਼ਨ ਕਰੇ ਠੀਕ ਹੈ ਜੀ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ। ਜੀ ਜੀ ਹੁਣ ਆਪਾਂ ਕਹਿੰਦੇ ਯਾਤਰਾ ਜਾਣ ਦੀ ਲੋੜ ਨਹੀਂ, ਠੀਕ ਹੈ ਜੀ ਸਾਡੇ ਪ੍ਰਚਾਰਕ ਨਹੀਂ ਕਹਿੰਦੇ ਹਾਂਜੀ ਹਾਂਜੀ ਉੱਥੇ ਇਸ਼ਨਾਨ ਕਿਉਂ ਕਰਨ ਗਿਆ, ਉੱਥੇ ਇਸ਼ਨਾਨ ਕਿਉਂ ਕਰਨ ਗਿਆ। ਹਾਂਜੀ ਤੇ ਦੋਨੇ ਮਰਜ਼ਾਦਾ ਜਿਹੜੀਆਂ ਆਪਣੇ ਕੋਲ ਛਪੀਆਂ, ਇੱਕ ਰਹਿਤ ਮਰਜ਼ਾਦਾ ਅਕਾਲ ਤਖਤ ਸਾਹਿਬ ਦੀ, ਠੀਕ ਹੈ ਜੀ ਇੱਕ ਰਹਿਤ ਮਰਜ਼ਾਦਾ ਸ਼੍ਰੋਮਣੀ ਕਮੇਟੀ ਦੀ, ਤੇ ਇੱਕ ਮਿਸ਼ਨਰੀ ਕਾਲਜ ਦੀ। ਜੀ ਜੀ ਦੋਨਾਂ 'ਚ ਹੀ ਲਿਖਿਆ ਵੀ ਗੁਰੂ ਘਰਾਂ ਦੇ ਅਸਥਾਨਾਂ ਦੇ ਦਰਸ਼ਨ ਕਰੇ ਸਿੱਖ ਹਾਂਜੀ ਹਾਂਜੀ ਤੇ ਸਾਧ ਸੰਗਤ ਵਿੱਚ ਬੈਠ ਕੇ ਬਾਣੀ ਦਾ ਲਾਭ ਉਠਾਵੇ। ਠੀਕ ਹੈ ਜੀ ਅਗਲਾ, ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ ਪ੍ਰਤੀ ਹੋਵੇ, ਜੀ ਜੀ ਬਿਨਾਂ ਖਾਸ ਕਾਰਨ ਦੇ, ਜਦ ਕਿ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ, ਰਾਤ ਨੂੰ ਪ੍ਰਕਾਸ਼ ਨਾ ਰਹੇ, ਹਾਂਜੀ ਹਾਂਜੀ ਮਤਲਬ ਸੁੱਖ ਆਸਣ ਦੀ ਸੇਵਾ ਹੋਵੇ। ਜੀ ਆਮ ਤੌਰ ਤੇ ਰਹਿਰਾਸ ਸਾਹਿਬ ਦੇ ਪਾਠ ਮਗਰੋਂ ਸੁੱਖ ਆਸਣ ਕੀਤਾ ਜਾਵੇ। ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਹਾਂਜੀ ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤੱਕ ਪ੍ਰਕਾਸ਼ ਰਹੇ। ਉਪਰੰਤ ਸੁੱਖ ਆਸਣ ਕਰ ਦੇਣਾ ਉਚਿਤ ਹੈ ਤਾਂ ਜੋ ਬੇਅਦਬੀ ਨਾ ਹੋਵੇ। ਠੀਕ ਹੈ ਜੀ ਠੀਕ ਹੈ ਜੀ, ਦੋਨਾਂ ਵਿੱਚ ਇੱਕੋ ਹੀ ਗੱਲ ਆ। ਇੱਥੇ ਵੀ ਅਗਲਾ ਜਿਹੜਾ ਭਾਗ ਆ ਜੀ, ਉਹ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ ਸੁਥਰਾ ਹੋਵੇ, ਉੱਪਰ ਚਾਂਦਨੀ ਹੋਵੇ, ਭਾਵ ਚੰਦੋਆ ਸਾਹਿਬ ਆਪਾਂ ਕਹਿੰਦੇ। ਇਹ ਧਰਮ ਪ੍ਰਚਾਰ ਸ਼੍ਰੋਮਣੀ ਕਮੇਟੀ ਦੀ ਮਰਜ਼ਾਦਾ ਦੇ ਵਿੱਚ ਲਿਖਿਆ। ਪ੍ਰਕਾਸ਼ ਮੰਜੀ ਸਾਹਿਬ ਤੇ ਸਾਫ ਸੁਥਰੇ ਵਸਤਰ ਵਿਛਾ ਕੇ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਧੇਲੇ ਆਦਿ ਸ਼ਮਿਆਨਾ ਵਰਤੇ ਜਾਣ ਜੀ ਜੀ ਅਤੇ ਉੱਪਰ ਲਈ ਰੁਮਾਲਾ ਸਾਹਿਬ ਹੋਵੇ।
ਜਦ ਪਾਠ ਨਾ ਹੁੰਦਾ ਹੋਵੇ ਤਾਂ ਉੱਤੇ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਵੀ ਹੋਣਾ ਚਾਹੀਦਾ। ਇੱਕੋ ਹੀ ਗੱਲ ਹੈ ਜੀ ਦੋਨਾਂ 'ਚ। ਹੁਣ ਅਗਲਾ, ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਫ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟਲ ਖੜਕਾਉਣੇ ਆਦਿ ਕਰਮ ਗੁਰਮਤ ਅਨੁਸਾਰ ਨਹੀਂ। ਜੀ ਜੀ ਠੀਕ ਹੈ ਜੀ। ਹਾਂਜੀ ਹਾਂ, ਅਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਹਾਂਜੀ ਧੂਫ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਜੀ ਜੀ ਕਮਰੇ ਅੰਦਰ ਰੋਸ਼ਨੀ ਲਈ ਤੇਲ, ਹਾਂ ਘੇ ਜਾਂ ਮੋਮਬੱਤੀ, ਬਿਜਲੀ, ਜੀ ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ। ਹੁਣ ਉਧਰ ਕੀ ਲਿਖਿਆ ਜੀ? ਉੱਧਰ ਦੇਖੋ ਹੁਣ। ਉਸ ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤ ਜਗਾਉਣੀ, ਟਲ ਖੜਕਾਉਣੇ ਆਦਿ ਕਰਮ ਹਾਂਜੀ ਗੁਰਮਤ ਅਨੁਸਾਰ ਨਹੀਂ। ਜੀ ਜੀ ਹਾਂ, ਹਾਂਜੀ ਸਥਾਨ ਨੂੰ ਸੁਗੰਧਿਤ ਕਰਨ ਲਈ ਅੱਛਾ ਫੁੱਲ, ਹੂੰ ਧੂਫ ਜੀ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਠੀਕ ਹੈ, ਉਹਦੇ ਚ ਵੀ ਇਦਾਂ ਲਿਖਿਆ। ਕਮਰੇ ਅੰਦਰ ਰੋਸ਼ਨੀ ਲਈ ਤੇਲ, ਘੇ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ। ਉਹ ਚ ਵੀ ਇਹ ਲਿਖਿਆ। ਉਹ 'ਚ ਵੀ ਇਹੀ ਹੈ। ਹਾਂਜੀ ਹਾਂਜੀ ਹੁਣ ਇੱਥੇ ਸਾਡੇ 'ਚ ਇਹ ਹੋ ਜਾਂਦਾ ਜੀ ਵੀ ਜੋਤ ਜਗਾਉਣੀ ਮਨਮਤ ਆ। ਹਾਂਜੀ ਹਾਂਜੀ ਹੁਣ ਜੇ ਤੁਸੀਂ ਆਹ ਚੀਜ਼ ਨੂੰ ਪੜ੍ਹੋਗੇ ਜੀ, ਦੋਨਾਂ ਚੀਜ਼ਾਂ ਨੂੰ, ਹਾਂਜੀ ਹਾਂਜੀ ਸਿੱਖ ਮਿਸ਼ਨਰੀ ਕਾਲਜ ਦੀ ਮਰਜ਼ਾਦਾ ਜਿਹੜੀ ਉਹ ਵੀ, ਹਾਂਜੀ ਸ਼੍ਰੋਮਣੀ ਕਮੇਟੀ ਦੀ ਵੀ ਉਹੀ। ਜੀ ਜੀ ਹਾਂਜੀ, ਹਾਂਜੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਆਰਤੀ ਕਰਨ ਵੇਲੇ ਧੂਫ ਨਹੀਂ ਲਾਉਣੀ, ਜੀ ਜੀ ਹਨਾ ਜੀ, ਤੁਸੀਂ ਆਰਤੀ ਵੇਲੇ ਜਿਹੜਾ ਹੈ ਦੀਵੇ ਨਹੀਂ ਜਗਾਉਣੇ, ਜੀ ਜੀ ਤੁਸੀਂ ਟੱਲ ਨਹੀਂ ਖੜਕਾਉਣੇ। ਹਾਂਜੀ ਹੁਣ ਇੱਥੇ ਟੱਲ ਦਾ ਅਰਥ ਕੀ ਹੈ ਜੀ? ਜਿੱਦਾਂ ਐ ਕਰਕੇ ਮਾਰੇ ਜਾਂਦੇ ਨਾ, ਹਾਂਜੀ ਹਾਂਜੀ ਜਿੱਦਾਂ ਮੰਦਰਾਂ ਦੇ ਵਿੱਚ ਹਾਂਜੀ, ਕਹੀਏ ਜੋ ਬ੍ਰਾਹਮਣ ਪੰਡਤ ਵੀਰ ਉਹਨਾਂ ਦੀ ਮਰਜ਼ਾਦਾ ਆ, ਜੀ ਜੀ ਉਹ ਇਦਾਂ ਟੱਲੀਆਂ ਖੜਕਾਉਂਦੇ ਆ ਹੱਥ ਨਾਲ। ਹਾਂਜੀ ਹਾਂਜੀ ਆਪਾਂ ਨੂੰ ਤਾਂ ਘੜਿਆਲ ਦਿੱਤਾ ਮਹਾਰਾਜ ਨੇ। ਜੀ ਜੀ ਬਾਬਾ ਫਰੀਦ ਸਾਹਿਬ ਨੇ ਨਹੀਂ ਬਚਨ ਕੀਤਾ, ਫਰੀਦਾ 10 ਦਰਵਾਜੇ ਜਾਏ ਕੇ ਜਿਉਂ ਡਿੱਠੋ ਘੜਿਆਲ, ਹਾਂਜੀ ਹਾਂਜੀ ਉਹਨੇ ਦੋਸਾਂ ਮਾਰੀਏ ਹਮ ਦੋਸਾਂ ਦਾ ਕਿਆ ਹਾਲ। ਹਾਂਜੀ ਘੜਿਆਲ ਗੁਰੂ ਗ੍ਰੰਥ ਸਾਹਿਬ ਜਦੋਂ ਕਿਸੇ ਦੇ ਘਰ ਜਾਂ ਕਿਤੇ ਹੋਰ ਦੂਜੇ ਸਥਾਨ ਤੇ ਜਾਂਦੇ ਤਾਂ ਅੱਗੇ ਵੀ ਵੱਜਦਾ, ਵੱਜਦਾ ਨਰਸਿੰਗਾ ਵੱਜਦਾ, ਸ਼ੰਖ ਵੀ। ਸੰਖ ਪੂਰਿਆ ਜਾਂਦਾ। ਹਾਂਜੀ ਹਾਂਜੀ ਉਹਦਾ ਇੱਕੋ ਹੀ ਮਤਲਬ ਹੁੰਦਾ, ਇਹਦੇ 'ਚ ਕੋਈ ਮਨਮਤ ਨਹੀਂ ਹੁੰਦੀ। ਇੱਕ ਗੱਲ ਮੈਂ ਭੁੱਲ ਗਿਆ ਸੀ ਜੀ, ਉਦੋਂ ਰਾਤ ਨੂੰ, ਹੁਣ ਤਾਂ ਚਲੋ ਜਿੱਦਾਂ ਮਰਜ਼ੀ ਕਹਿ ਲੈਣ, ਰਾਤ ਨੂੰ ਆਰਤੀ ਹੁੰਦੀ ਸੀ ਰੋਜ਼। ਰੋਜ਼। ਹਾਂ। ਮਤਲਬ ਜਿੱਦਣ ਅਖੰਡ ਪਾਠ ਸਾਹਿਬ ਰੱਖ ਦੇਣਾ ਉਧਰ ਰਾਤ ਨੂੰ ਵੀ ਤੇ ਦੂਜੇ ਦਿਨ ਰਾਤ ਨੂੰ ਵੀ ਇਹਦੇ 'ਚ ਇਹ ਲਿਖਿਆ ਬਈ, ਮੈਂ ਉਹੀ ਗੱਲ ਲੱਗਾ ਟੋਕਣ ਤੁਹਾਡੀ, ਦੀਵੇ ਜਗਾ ਕੇ ਇੱਕ ਜਣਾ ਘਮਾਉਂਦਾ ਹੁੰਦਾ ਸੀ ਦੀਵੇ, ਤਾਂ ਇਦਾਂ ਕਰਦੇ ਹੁੰਦੇ ਸੀ ਆਰਤੀ। ਇਹੀ ਮੈਂ ਲੱਗਾ ਦੱਸਣ। ਹਾਂਜੀ, ਇਹਦੇ 'ਚ ਲਿਖਿਆ ਵੀ ਉਹ ਦੀਵੇ ਨਹੀਂ ਘਮਾਉਣੇ ਚਾਹੀਦੇ। ਹਾਂਜੀ ਹਾਂਜੀ ਠੀਕ ਹੈ ਜੀ। ਚਲੋ ਉਹ ਤਾਂ ਪਹਿਲੀਆਂ ਗੱਲਾਂ ਕਰਦੇ ਨਾ ਅਸੀਂ ਆਪਾਂ। ਪਰ ਪਤਾ ਕੀ ਗੱਲ ਹੈ ਜੀ, ਹਾਂਜੀ ਹੁਣ ਦਚਿੱਤੀ ਇਹੀ ਆ ਵੀ ਇਹ 'ਚ ਤਾਂ ਲਿਖਿਆ ਵੀ ਦੀਵੇ ਨਹੀਂ ਘਮਾਉਣੇ, ਹਾਂਜੀ ਹਾਂਜੀ ਪਰ ਨਾਲ ਹੀ ਲਿਖਿਆ ਵੀ ਤੁਸੀਂ ਲੋ ਵਾਸਤੇ ਦੀਵੇ ਜਗਾਓ ਵੀ ਇਹ ਕਮਰੇ 'ਚ। ਹਾਂਜੀ ਹਾਂਜੀ ਅਗਲੀ ਦੁਚਿੱਤੀ ਇਹ ਆ ਵੀ ਇਹਨੂੰ ਅੰਤਿਮ ਪ੍ਰਮਾਣਗੀ ਨਹੀਂ ਦਿੱਤੀ ਗਈ ਹਜੇ, ਨਹੀਂ। ਹਾਂਜੀ ਹਾਂਜੀ ਮੋਹਰ ਨਹੀਂ ਲਾਈ ਗਈ ਹਜੇ ਆਪਾਂ ਪੱਕੀ ਕਿੱਦਾਂ ਕਰ ਸਕਦੇ ਆ ਵੀ ਕੌਣ ਮੰਨੇ ਹਜੇ। ਜੇ ਆਪਾਂ ਕਹੀਏ ਨਾ ਵੀ ਕੋਈ ਸਿੰਘ ਜਿਹੜੇ ਆ ਜਥੇਬੰਦੀਆਂ, ਹਾਂਜੀ ਹਾਂਜੀ ਉਹ ਆਰਤੀ ਦਾ ਥਾਲ ਘਮਾਉਂਦੇ ਆ, ਹਾਂਜੀ ਅਸੀਂ ਉਹਨਾਂ ਨੂੰ ਕਿਉਂ ਟੋਕ ਸਕਦੇ ਆ ਜੀ? ਬਾਬਾ ਜੀ ਚਾਹ ਮੈਨੂੰ ਬਹੁਤ ਜ਼ਿਆਦਾ ਪਾਤੀ ਹੈ। ਨਹੀਂ ਨਹੀਂ ਨਹੀਂ, ਥੋੜੀ ਆ। ਇਹ ਤਾਂ ਬਹੁਤ, ਇਹ ਤਾਂ ਬਸ਼ਰਮ ਹੋਣ ਵਾਲਾ ਕੰਮ ਹੈ। ਨਹੀਂ ਨਹੀਂ ਕੁਝ ਨਹੀਂ ਹੁੰਦਾ, ਤੇ ਇਹ ਕਿਹੜਾ ਚੜ ਚੱਲੀ ਹੈ, ਚਾਰ ਚੜੂਗਾ। ਤੇ ਹਾਂਜੀ ਮਤਲਬ ਉਹਨਾਂ ਨੂੰ ਜੇ ਤੁਸੀਂ ਸਵਾਲ ਕਰੋਗੇ, ਉਹ ਕਹਿੰਦੇ ਵੀ ਹਜੇ ਤਾਂ ਖਰੜਾ ਆ, ਖਰੜਾ ਆ। ਵੀ ਅੰਤਮ ਪ੍ਰਮਾਣਗੀ ਤਾਂ ਦੋ। ਗੱਲਾਂ ਬਿਸ਼ੱਕ ਦੀ ਦੋਨਾਂ ਦੇ ਵਿੱਚ ਇੱਕੋ ਹੀ ਆ, ਪਰ ਆਪਾਂ ਖਰੜਾ ਹੀ ਇਹਨੂੰ ਕਹਿ ਸਕਦੇ ਹਾਂ ਜੀ। ਪਰ ਦੋਨਾਂ 'ਚ ਇਹ ਵੀ ਲਿਖਿਆ ਵੀ ਤੁਸੀਂ ਜੇ ਤੁਸੀਂ ਕਮਰੇ 'ਚ ਸੁਗੰਧ ਰੱਖਣੀ ਆ, ਹਾਂਜੀ ਧੂਫ ਲਾ ਲਓ, ਹਾਂਜੀ ਹਾਂਜੀ ਹੈਂ ਜੀ, ਫੁੱਲ ਵੀ ਲੈ ਆਓ। ਜੀ ਜੀ ਇੱਕ ਪਾਸੇ ਲਿਖਿਆ ਵੀ ਇਹ ਮਨਮਤ ਆ, ਹਾਂਜੀ ਜੇ ਤੁਹਾਨੂੰ ਲੋੜ ਆ ਤਾਂ ਕਹਿੰਦੇ ਧੂਫ ਵੀ ਲਾ ਲਓ ਹਾਂਜੀ ਕਮਰੇ ਦੇ ਵਿੱਚ ਸੁਗੰਧ ਲਈ, ਹਾਂਜੀ। ਤੇ ਰੋਸ਼ਨੀ ਵਾਸਤੇ ਘੇ, ਤੇਲ ਜਾਂ ਮੋਮਬੱਤੀ ਜਾਂ ਟਾਰਚ ਜਾਂ ਦੀਵਾ ਬੱਤੀ ਜਗਾ ਲਓ। ਗੱਲ ਉੱਥੇ ਹੀ ਆ ਗਈ ਨਾ, ਵੀ ਗੱਲ ਉਹੀ ਆ ਗਈ। ਆਉਣਾ ਤਾਂ ਆਪਾਂ ਸੈਂਟ ਛਿੜਕਦੇ ਆ, ਬਹੁਤ ਸਫਾਈ ਰੱਖਦੇ ਆ। ਜਿਹੜਾ ਮਹਾਰਾਜ ਨੇ ਆਉਣਾ ਤਾਂ ਆਪਾਂ ਸੁਗੰਧੀ ਲਈ ਧੂਫ ਵੀ ਨਹੀਂ ਲਾ ਸਕਦੇ। ਉਹੀ ਗੱਲ ਕਰ ਰਹੇ ਨਾ ਹਾਂਜੀ ਵੀ ਉਹ ਜੋਤ ਦੇਸੀ ਘੇ ਦੀ ਇਸੇ ਕਰਕੇ ਹੀ ਜਗਦੀ ਸੀ। ਜੀ ਜੀ ਪਤਾ ਜੇ ਅੱਜ ਵੀ ਕੋਈ ਜਗਾਊਗਾ ਤੇ ਇਸੇ ਕਰਕੇ ਹੀ ਜਗਾਊ। ਹਾਂਜੀ ਹਾਂਜੀ ਬਈ ਤੂੰ, ਬਾਬਾ ਜੀ ਕਹਿੰਦੇ ਅਸੀਂ ਘੜਿਆਲ ਵੀ ਵਜਾਉਂਦੇ ਆ ਤੇ ਸ਼ੰਖ ਵੀ ਪੂਰਦੇ ਆ ਸ਼ਾਮ ਨੂੰ। ਜੀ, ਜੀ। ਬਾਬਾ ਜਗਰੂਪ ਸਿੰਘ ਜੀ ਹਾਂਜੀ ਕਹਿੰਦੇ ਹਾਂਜੀ ਹਾਂਜੀ ਮਹਾਰਾਜ ਇਹ ਸਥਾਨਾਂ ਤੇ ਹੀ ਰਹਿ ਗਈਆਂ ਮਰਜ਼ਾਦਾ, ਬਾਕੀ ਤਾਂ ਬਹੁਤੇ ਸਿਆਣੇ ਹੋ ਗਏ ਜੀ, ਹਨਾ। ਹਾਂਜੀ ਹਾਂਜੀ ਤੇ ਮਤਲਬ ਇੱਥੇ ਦੋਨੇ ਚੀਜ਼ਾਂ ਹੈਗੀਆਂ ਜੀ। ਜੀ ਜੀ। ਅੱਗੇ ਹੋਰ ਇੱਕ ਨਿਸ਼ਾਨੀ ਲਾਈ ਆ, ਦੇਖਿਓ।
ਚਲੋ ਇੱਥੇ ਤਾਂ ਬਹੁਤ ਕੁਝ ਲਿਖਿਆ ਜੀ। ਇੱਕ ਮਿੰਟ ਬਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਕਿਸੇ ਪੁਸਤਕ ਨੂੰ ਸਥਾਪਨ ਨਹੀਂ ਕਰਨਾ ਚਾਹੀਦਾ। ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਦਾ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ। ਭਾਵ ਜਿਹੜੇ ਕਹਿੰਦੇ ਨਾ ਜੀ ਵੀਰ ਭਰਾ ਆਪਣੇ, ਹਾਂਜੀ ਹਾਂਜੀ ਬਈ ਤੁਸੀਂ ਮੱਸਿਆ ਕਿਉਂ ਮਨਾਉਨੇ ਆ, ਹਾਂਜੀ ਹਾਂਜੀ ਤੁਸੀਂ ਪੁੰਨਿਆ ਕਿਉਂ ਮਨਾਉਨੇ ਆ, ਤੁਸੀਂ ਸੰਗਰਾਂਦ ਕਿਉਂ ਮਨਾਉਨੇ ਆ। ਹੁਣ ਇੱਥੇ ਆਹ ਤੁਸੀਂ ਪੜ੍ਹ ਲਓ, ਹਾਂਜੀ ਇਹ ਚੀਜ਼ ਇੱਥੋਂ ਸਪਸ਼ਟ ਹੋ ਜਾਂਦੀ ਆ ਹਾਂਜੀ ਬਈ ਮੂਰਤੀ ਪੂਜਾ ਨਹੀਂ ਕਰਨੀ ਗੁਰਦੁਆਰਾ ਸਾਹਿਬ 'ਚ, ਜੀ ਜੀ ਅੰਨ ਮੱਤ ਦਾ ਕੋਈ ਤਿਉਹਾਰ ਨਹੀਂ ਮਨਾਉਣਾ। ਜੀ ਹਾਂ, ਇੱਥੇ ਫਿਰ ਆ ਗਿਆ ਜੀ ਹਾਂ, ਹਾਂ ਹਾਂ ਕਿਸੇ ਮੌਕੇ ਹਾਂਜੀ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ। ਭਾਵ ਜੇ ਤੁਸੀਂ ਮੱਸਿਆ ਨੂੰ ਇਕੱਤਰ ਹੁੰਨੇ ਆ ਤੇ ਉਹ ਭਾਈ ਸਾਹਿਬ ਪੰਥ ਕੌਣ ਬਣ ਰਿਹਾ ਹੈ। ਅਸੀਂ ਤਾਂ ਰਹਿਤ ਮਰਜ਼ਾਦਾ ਪੜ੍ਹਦੇ ਆ, ਇੱਕ ਸਿੱਖ ਮਿਸ਼ਨਰੀ ਕਾਲਜ ਦੀ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜੋ ਲਿਖਿਆ ਉਹ ਪੜ੍ਹ ਕੇ ਸੁਣਾ ਰਹੇ ਆ। ਤੋ ਦੋਨੇ ਚੀਜ਼ਾਂ ਇੱਥੇ ਵੀ ਲਿਖੀਆਂ ਜੀ ਵੀ ਜੇ ਤੁਸੀਂ ਗੁਰਮਤਿ ਦਾ ਪ੍ਰਚਾਰ ਕਰਨਾ, ਫਿਰ ਕੋਈ ਦਿਨ ਕੋਈ ਇਕੱਠ ਚੁਣ ਵੀ ਲਓ ਤਾਂ ਕੋਈ ਮਾੜੀ ਗੱਲ ਨਹੀਂ। ਫਿਰ ਜੇ ਸੰਗਰਾਂਦ ਨੂੰ ਇਕੱਠੇ ਹੋ ਕੇ ਲੋਕ ਗੁਰੂ ਦੀ ਗੱਲ ਕਰਦੇ ਆ ਤਾਂ ਫਿਰ ਉਹਨੂੰ ਮਨਮਤ ਕਿਉਂ ਕਹਿਣਾ, ਉਹਨੂੰ ਮਨਮਤ ਕਿਉਂ ਕਹਿਣਾ। ਇੱਥੇ ਲਿਖਿਆ ਆ ਵੀ ਤੁਸੀਂ ਗੁਰਮਤਿ ਦੇ ਪ੍ਰਚਾਰ ਲਈ ਵਰਤ ਸਕਦੇ ਆ। ਜੀ 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 ਹੈਨਾ ਜੀ, ਇਹ ਵੀ ਗੱਲ ਸਾਫ਼ ਹੋ ਗਈ। ਹਾਂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਤੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜਿਆਂ ਤੇ ਨੱਕ ਰਗੜਨਾ, ਮੁੱਠੀਆਂ ਭਰਨੀਆਂ, ਜੀ ਜੀ ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਜੀ ਜੀ ਗੁਰਦੁਆਰਿਆਂ ਵਿੱਚ ਮੂਰਤੀਆਂ ਬਣਾਉਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹਾ ਕਰਮ ਮਨਮਤ ਆ। ਜੀ ਜੀ ਤੇ ਹੁਣ ਮੈਂ ਇੱਕ ਬੇਨਤੀ ਕਰਾਂ ਵੀ ਜੇ ਆਪਾਂ ਦੇਖੀਏ ਗੁਰਦੁਆਰਾ ਮਸਤੂਆਣਾ ਸਾਹਿਬ, ਹਾਂਜੀ ਹਾਂਜੀ ਮਾਫ ਕਰਿਓ ਮਹਿਦਿਆਣਾ ਸਾਹਿਬ, ਹਾਂਜੀ ਹਾਂਜੀ ਹੈਨਾ ਜੀ, ਹਾਂਜੀ ਉੱਥੇ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਕਿਉਂ ਮੂਰਤੀਆਂ ਬਣਾਈਆਂ ਵੀ ਸਾਡੇ ਬੱਚਿਆਂ ਨੂੰ, ਜੀ 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 ਸਾਡੇ ਆਉਣ ਵਾਲੀ ਸੰਗਤ ਨੂੰ ਸਾਡਾ ਇਤਿਹਾਸ ਪਤਾ ਲੱਗੇ। ਜੀ 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 ਮੱਥਾ ਟੇਕਣ ਨੂੰ ਤਾਂ ਨਹੀਂ ਉੱਥੇ ਕੋਈ ਵੀ ਕਹਿੰਦਾ, ਹਾਂਜੀ ਇੱਕ ਯਾਦਗਾਰ ਆ, ਇਹ ਲਿਖਿਆ ਵੀ ਮੱਥਾ ਨਾ ਟੇਕੋ। ਹਾਂਜੀ ਹਾਂਜੀ ਯਾਦਗਾਰ ਤਾਂ ਚਾਹੀਦੀ, ਯਾਦਗਾਰ ਤਾਂ ਬਣੀ ਕੋਈ ਗੱਲ ਨਹੀਂ ਹੈਗੀ ਨਾ। ਹਾਂਜੀ ਹਾਂਜੀ ਫੇਰ ਜੀ ਇੱਕ ਤੋਂ ਦੂਜੀ ਥਾਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣ ਵੇਲੇ ਅਰਦਾਸ ਕਰਨੀ ਚਾਹੀਦੀ ਆ। ਹਾਂਜੀ ਜਿਸ ਨੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ ਹਾਂਜੀ ਉਹ ਨੰਗੇ ਪੈਰੀਂ ਚੱਲੇ, ਜੀ ਜੀ ਪਰ ਜੇਕਰ ਕਿਸੇ ਮੌਕੇ ਜੋੜੇ ਪਾਉਣ ਦੀ ਅੱਤ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ। ਹੁਣ ਇਹ ਪਤਾ ਕਿਹੜੀ ਗੱਲ ਹੈ ਜੀ, ਹਾਂਜੀ ਹਾਂਜੀ ਉਹ ਮੈਂ ਇੱਕ ਥਾਂ ਦੇਖਦਾ ਸੀ, ਕਹਿੰਦੇ ਬਈ ਵਿਆਹ ਪੈਲਸ 'ਚ ਕਰੀਏ ਕਿ ਘਰ ਕਰ ਲਈਏ। ਜੀ 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 ਉਹ ਮੇਰੇ ਵਰਗੇ ਤੋਂ ਸਲਾਹ ਲੈਣ ਚੱਲ ਗਏ। ਹਾਂਜੀ ਮੇਰੇ ਵਰਗਾ ਕਹਿੰਦਾ ਘਰ ਕਰੋ ਤਾਂ ਉਹਦੇ ਨਾਲ ਦੀ ਤਾਂ ਰੀਸ ਕੋਈ ਨਹੀਂ, ਹਾਂਜੀ ਹਾਂਜੀ ਘਰ 'ਚ ਸਾਦਾ ਬੰਦਾ ਵਧੀਆ ਲੱਗਦਾ, ਹਾਂਜੀ ਹਾਂਜੀ ਉਦਾਂ ਪੈਲਸ ਕਰ ਲਓ, ਆਪਣੀ ਟੈਨਸ਼ਨ ਮੁੱਕ ਜਾਂਦੀ ਆ। ਹਾਂਜੀ ਹਾਂਜੀ ਦੋਏ ਕੰਮ ਹੋ ਗਏ। ਉਹ ਵਿਚਾਰਾ ਮੇਰੇ ਵਰਗਾ ਜਦੋਂ ਵਿਚਾਰੇ ਨੂੰ ਸਲਾਹ ਦੇ ਦਿੰਦਾ, ਉਹ ਸਲਾਹ ਲੈਣ ਗਿਆ ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਹਾਂਜੀ ਹਾਂਜੀ ਹੁਣ ਉਹੀ ਚੀਜ਼ ਇੱਥੇ ਆ, ਮੈਂ ਮਾਫੀ ਮੰਗ ਕੇ ਬੇਨਤੀ ਕਰਦਾ, ਹਾਂਜੀ ਹਾਂਜੀ ਉਹੀ ਚੀਜ਼ ਇੱਥੇ ਆ ਜੀ ਜੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਤੋਂ ਦੂਜੀ ਥਾਂ ਲੈ ਕੇ ਜਾਣਾ ਤੇ ਨੰਗੇ ਪੈਰੀਂ ਜਾਣਾ। ਜੀ ਜੀ ਹਾਂ, ਹਾਂ ਜੇ ਕਿਤੇ ਗਰਮੀ ਹੋਵੇ ਜੋੜਾ ਪਾਉਣ ਤੋਂ ਸੰਕੋਚ ਵੀ ਨਹੀਂ ਕਰਨਾ। ਤੇ ਕਿੱਦਾਂ ਕਵਾਂਗੇ ਜੀ ਵੀ ਇਹ ਕੋਈ ਕੰਮ ਜਿਹੜਾ ਹੈਗਾ ਵੀ ਉਹ ਪੂਰਾ ਸਹੀ ਹੋ ਗਿਆ। ਜੀ 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 ਮੰਨ ਲਓ ਵੀ ਕਿਸੇ ਤੋਂ ਸਲਾਹ ਲਈ ਆ ਵੀ ਅਸੀਂ ਮੁੰਡੇ ਦਾ ਵਿਆਹ ਕਰਨਾ, ਵੀ ਪਿੰਡ 'ਚ ਹੀ ਜਾ ਕੇ ਲਾਵਾਂ ਕਰੀਏ, ਕੁੜੀ ਵਾਲਿਆਂ ਤੋਂ ਪੈਲਸ ਕਰਾ ਲਈਏ, ਧੀ ਵਾਲਿਆਂ ਤੋਂ। ਜੀ 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 ਉਹ ਕਹਿੰਦਾ ਘਰ 'ਚ ਕਰੋ, ਸਾਦਾ ਵਧੀਆ, ਹਾਂਜੀ ਹਾਂਜੀ ਬਹੁਤ ਸੋਹਣਾ। ਹਾਂ ਕੋਈ ਸਲਾਹ ਲੈਂਦਾ ਵੀ ਡੀਜੇ ਲਾ ਲੈਣਾ ਚਾਹੀਦਾ ਜਾਂ ਆਪਾਂ ਕੀਰਤਨ ਕਰਾਈਏ ਰਾਤ ਨੂੰ, ਹਾਂਜੀ ਹਾਂਜੀ ਜਾਗੋ ਨਾ ਕੱਢੀਏ। ਜੀ ਜੀ ਉਹ ਮੇਰੇ ਵਰਗਾ ਕਹਿੰਦਾ ਕੀਰਤਨ ਕਰਾਓ ਤਾਂ ਕੋਈ ਗੁਰੂ ਦੀ ਗੱਲ ਸੁਣੂਗਾ। ਹਾਂਜੀ ਹਾਂਜੀ ਉਦਾਂ ਕਿਹੜਾ ਦਿਨ ਰੋਜ਼-ਰੋਜ਼ ਆਉਣੇ, ਡੀਜੇ ਲੱਗ ਜੂ, ਨਿਆਣੇ ਨੱਚ ਲੈਣਗੇ। ਆਹੋ ਦੋਏ ਕੰਮ ਦੋਏ। ਉਹ ਹਿਸਾਬ ਇੱਥੇ ਹੋਇਆ ਆ ਹਾਂਜੀ ਹਾਂਜੀ ਵੀ ਜਾਣਾ ਨੰਗੇ ਪੈਰੀਂ ਆ, ਹਾਂਜੀ ਜੇ ਲੋੜ ਪੈ ਜੇ ਚੱਪਲਾਂ ਪਾ ਲਓ। ਫਿਰ ਹੁਣ ਬੰਦਾ ਜਾਊ ਕਿ ਇਹਨੂੰ, ਇਹਦੇ ਵਿੱਚ ਕੀ ਹੋ ਗਿਆ? ਤਾਂ ਹੀ ਤਾਂ ਜੁੱਤੀਆਂ ਇੱਕ ਦੂਜੇ ਦੇ ਫੇਰਦੇ ਆਪਾਂ। ਉਹ ਕਹਿੰਦੇ ਅਸੀਂ ਪਾਉਣੀਆਂ, ਅਸੀਂ ਕਹਿੰਦੇ ਅਸੀਂ ਪਾਉਣ ਨਹੀਂ ਦੇਣੀਆਂ। ਅਗਲਾ ਕਹਿੰਦਾ ਮਰਜ਼ਾਦਾ ਪੜ੍ਹ ਲਓ, ਫਿਰ ਮੇਰੇ ਵਰਗਾ ਵੀ ਕਹਿੰਦਾ ਪੜ੍ਹ ਲਓ। ਹਾਂਜੀ ਹਾਂਜੀ ਗੱਲਾਂ ਤਾਂ ਦੋਨੇ ਲਿਖੀਆਂ ਆ। ਹਾਂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤਾਂ ਦੋਨਾਂ ਚ ਕੋਈ ਵੀ ਨਹੀਂ ਜੀ ਅਜੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਜੀ ਜੀ ਪ੍ਰਕਾਸ਼ ਕਰਨ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਦਾ ਵਾਕ ਲਿਆ ਜਾਵੇ। ਜੀ 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 ਠੀਕ ਹੈ ਜੀ। ਇਹਦੇ ਵਿੱਚ ਵਾਕ ਫਰੀਦ ਸਿੰਘ ਜੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਜ਼ਾਦਾ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਨਾਲ ਹੀ ਲਿਖੀ ਗਈ ਆ। ਬਾਬੇ ਕਹਿੰਦੇ ਸ਼੍ਰੋਮਣੀ ਕਮੇਟੀ ਦੀ ਮਰਜ਼ਾਦਾ ਨਹੀਂ ਹੈਗੀ, ਇਹ ਅਕਾਲ ਤਖਤ ਸਾਹਿਬ ਦੀ ਆ ਜਿਹੜੀ ਪੜ੍ਹ ਰਹੇ ਆ ਆਪਾਂ। ਕਿਹਾ ਨਹੀਂ ਸ਼੍ਰੋਮਣੀ ਕਮੇਟੀ ਦੀ ਮਰਜ਼ਾਦਾ ਪੜ੍ਹ ਰਹੇ ਆ। ਅੱਛਾ ਅੱਛਾ। ਮੈਂ ਪਹਿਲੀਆਂ ਦੋ
ਪੇਜ ਫਰਿਆਦ ਸਿੰਘ ਜੀ ਪੜ੍ਹੇ ਆ, ਸ਼ਾਇਦ ਤੁਸੀਂ ਪੜ੍ਹੇ ਹੋਣ। ਉਹਦੇ 'ਚ ਇਹ ਲਿਖਿਆ ਆ ਵੀ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਸਾਂਭਿਆ ਗਿਆ ਇਹ ਖਰੜਾ ਜੀ ਵੀ ਅੰਤਿਮ ਪ੍ਰਵਾਨਗੀ ਲਈ ਸੰਗਤ ਵਿੱਚ ਛਪਾ ਕੇ ਭੇਜੋ। ਜੀ ਤਾਂ ਕਹਿ ਰਹੇ ਸ਼੍ਰੋਮਣੀ ਕਮੇਟੀ ਦੀ। ਥੋੜਾ ਜਿਹਾ ਇਸ ਗੱਲ ਵੱਲ ਧਿਆਨ ਦਿਓ, ਮੈਨੂੰ ਲੱਗਦਾ ਤੁਸੀਂ ਲੇਟ ਜੁੜੇ ਹੋਣੇ ਆ ਨਾ, ਤਾਂ ਕਈ ਵਾਰੀ ਵਿੱਚ ਫਿਰ ਧਿਆਨ ਨਹੀਂ ਰਹਿੰਦਾ, ਉਹ ਫਿਰ ਗੱਲ ਪਿੱਛੋਂ ਸ਼ੁਰੂ ਹੋ ਜਾਂਦੀ ਨਾ। ਹਾਂਜੀ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ ਤਾਂ ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ, ਜੀ ਹਰ ਇੱਕ ਸਿੱਖ ਸਨਮਾਨ ਲਈ ਉੱਠ ਕੇ ਖੜਨਾ ਚਾਹੀਦਾ। ਜੀ ਭਾਵ ਉੱਠ ਕੇ ਖੜੇ ਹੋ ਜਾਓ। ਜੀ ਹਾਂਜੀ ਜਗਰੂਪ ਸਿੰਘ ਜੀ, ਬਿਲਕੁਲ ਬਾਬਾ ਜੀ, ਮੈਂ ਉਹੀ ਗੱਲ ਕਰਦਾ ਨਾ ਜੀ, ਬਈ ਇਹੀ ਤਾਂ ਹਜੇ ਦੋ ਚਿੱਤੀ ਹੈ ਜੀ। ਫੌਜੀ ਵੀਰਾਂ ਨੇ ਉਹ ਕਹਿੰਦੇ ਜਦੋਂ ਪ੍ਰਕਾਸ਼ ਲਿਜਾਂਦੇ ਤੇ ਜੋੜੇ ਪਾਏ ਹੁੰਦੇ ਆ। ਹਾਂਜੀ ਉਹੀ ਗੱਲ ਕਰ ਰਹੇ ਨਾ ਜੀ, ਵੀ ਇਹਨਾਂ 'ਚ ਦੋਏ ਚੀਜ਼ਾਂ ਲਿਖ ਦਿੱਤੀਆਂ ਦੋਨਾਂ 'ਚ ਹੀ। ਪਾ ਵੀ ਸਕਦੇ ਆ, ਨਹੀਂ ਵੀ ਪਾਉਣੇ, ਉਹ ਬੰਦਾ ਆਪੋ ਆਪਣੀ ਮਰਜ਼ੀ ਕਰਦਾ ਫਿਰ, ਹਨਾ। ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾ ਕੇ ਸੁਥਰਾ ਹੋ ਕੇ ਜਾਣਾ ਚਾਹੀਦਾ। ਜੇ ਪੈਰ ਮੈਲੇ ਜਾਂ ਗੰਦੇ ਹੋਣ ਤਾਂ ਜਲ ਨਾਲ ਧੋ ਲੈਣੇ ਚਾਹੀਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪਰਿਕਰਮਾ ਕਰਨੀ ਚਾਹੀਦੀ। ਠੀਕ ਹੈ ਜੀ, ਤੁਸੀਂ ਅੱਗੇ ਕਰ ਦਿੱਤੇ ਨਾ ਪੇਜ। ਇੱਥੇ ਆ ਗਿਆ ਉਹ ਮੈਂ ਕਿਹਾ ਵੀ ਸਾਰਾ ਰਲਾਈ ਜਾਈਏ ਨਾ ਨਾਲ। ਤੇ ਆਪਾਂ ਪਹੁੰਚ ਗਏ ਆ ਚਿੱਚੇ ਸ਼ਬਦ ਤੇ ਹੈ। ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼ ਮਜ਼ਹਬ ਜਾਤ ਵਾਲੇ ਨੂੰ ਮਨਾਹੀ ਨਹੀਂ, ਪਰ ਉਸ ਦੇ ਪਾਸ ਸਿੱਖ ਧਰਮ ਤੋਂ ਬਵਰਜਿਤ ਤਮਾਕੂ ਆਦਿ ਕੋਈ ਚੀਜ਼ ਨਾ ਹੋਵੇ, ਹਨਾ ਜੀ। ਮਲਕੀਤ ਸਿੰਘ ਜੀ, ਇਹ ਹੁਣ ਥੋੜੋ ਛਾਪਦੀ ਹੈ ਸ਼੍ਰੋਮਣੀ ਕਮੇਟੀ। ਕਹਿੰਦੇ ਖਾਲਸਾ ਜੀ ਸ਼੍ਰੋਮਣੀ ਕਮੇਟੀ ਤੇ ਬਾਹਮਣਵਾਦ ਬੈਠਾ ਹੈ। ਇਹ 1932 ਦੀ ਛਪੀ ਹੋਈ ਆ ਜੀ, ਜਦੋਂ ਸ਼੍ਰੋਮਣੀ ਕਮੇਟੀ ਬਣੀ ਆ 30 ਦੇ ਵਿੱਚ। ਹਾਂਜੀ, ਜਿਹੜੀਆਂ ਪਹਿਲਾਂ ਗੱਲਾਂ 20 ਦੇ ਵਿੱਚ ਬਣੀ ਸੀ। 20 ਦੇ ਵਿੱਚ ਬਣਨ ਦਾ ਕਰਕੇ ਫਿਰ ਮੁੜ ਕੇ ਮਰਜ਼ਾਦਾ ਬਣੀ ਗਈ। ਜੀ ਹਨਾ ਜੀ। ਇਹ 1932 ਦੇ ਵਿੱਚ ਬਣਾਈ ਗਈ ਹੈ ਜੀ, ਇਹ ਹੁਣ ਵਾਲਿਆਂ ਨੇ ਨਹੀਂ ਬਣਾਈ। ਆਪਾਂ ਉਹ ਇਹਦੇ ਮੋਹਰੇ ਲਿਖਿਆ ਸਾਰਾ ਕੁਝ ਪੜ੍ਹ ਲਿਓ, ਜੇ ਆਪ ਜੀ ਨੂੰ 10 ਰੁਪਏ ਦੀ ਕਾਪੀ 15 ਰੁਪਏ ਦੀ ਮਿਲਣੀ ਹੈ। ਤਾਂ ਹੀ ਤਾਂ ਮੈਂ ਪੜ੍ਹ ਕੇ ਸੁਣਾ ਰਿਹਾ, ਤੁਸੀਂ ਵਿੱਚੋਂ ਸਾਰੀ ਸੰਗਤ ਜੁੜਦੇ ਹੋ, ਫਿਰ ਤੁਸੀਂ ਪੂਰੀ ਗੱਲ ਨਹੀਂ ਸਮਝਦੇ ਵੀ 20 ਮਿੰਟ ਤਾਂ 25 ਮਿੰਟ ਹੋ ਗਏ ਹੁਣੇ ਵੀਡੀਓ ਸ਼ੁਰੂ ਹੋਈ ਨੂੰ, ਵੀ ਕੋਈ ਗੱਲ ਤਾਂ ਪਹਿਲਾਂ ਨੰਗੀ ਹੋਊਗੀ। ਹਨਾ। ਹਾਂਜੀ, ਅੱਗੇ ਆ ਜੀ, ਕਿਸੇ ਵੀ ਧਰਮ ਦਾ ਬੰਦਾ ਗੁਰਦੁਆਰਾ ਸਾਹਿਬ 'ਚ ਜਾ ਸਕਦਾ। ਠੀਕ ਹੈ ਜੀ। ਫਰਿਆਦ ਸਿੰਘ ਜੀ, ਦੱਸਿਓ ਕਿਹੜੀ ਵੱਖਰੀ ਆ ਮਰਜ਼ਾਦਾ, ਫਿਰ ਆਪਾਂ ਉੱਤੇ ਵਿਚਾਰ ਕਰਦੇ ਹਾਂ। ਜਿਹੜੀ ਵੱਖਰੀ ਆ ਨਾ ਮਰਜ਼ਾਦਾ, ਉਹ ਤੁਸੀਂ ਲਿਖ ਦਿਓ ਵਿੱਚ, ਨਾਲੇ ਅਸੀਂ ਪੜ੍ਹ ਦਿਆਂਗੇ ਤੇ ਨਾਲੇ ਆਪਾਂ ਉਹਦੇ ਤੇ ਫਿਰ ਸਾਨੂੰ ਵੀ ਪਤਾ ਲੱਗ ਜੂ ਵੀ ਕਿਹੜੇ ਸੰਪਰਦਾ ਦੇ ਵਿੱਚ 2 ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਾਇਆ ਜਾਂਦਾ, ਕਿਹਦੇ 'ਚ 4 ਪੜ੍ਹ ਕੇ ਸੁਣਾਇਆ ਜਾਂਦਾ। ਕਿਹੜੇ ਗੁਰਦੁਆਰੇ 'ਚ ਨਿਸ਼ਾਨ ਸਾਹਿਬ ਹਰਾ ਲੱਗਾ ਆ, ਖਾਲਸੇ ਦੇ, ਜਾਂ ਕੇਸਰੀ ਜਾਂ ਨੀਲਾ, ਇਹ 2 ਰੰਗ ਚੜ੍ਹਦੇ ਆ। ਇਹਨਾਂ ਤੋਂ ਬਿਨਾਂ ਕਿਹੜੇ ਸਥਾਨ ਤੇ ਹੋਰ ਰੰਗ ਦਾ ਨਿਸ਼ਾਨ ਸਾਹਿਬ ਆ, ਜਾਂ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੋਂ 1430 ਅੰਗਾਂ ਤੋਂ ਘੱਟ ਦੱਸ ਦਿਓ। ਗੁਰਪ੍ਰੀਤ ਸਿੰਘ ਜੀ, ਛਪਦੀਆਂ ਹੋਣੇ ਆ, ਪਰ ਖਰੜਾ ਤਾਂ ਉਹੀ ਆ ਨਾ, ਖਰੜਾ ਤਾਂ ਉਹੀ ਆ। ਹੁਣ ਜੇ ਇੱਕ ਮੁੱਕ ਜੂਗਾ ਤਾਂ ਅੱਗੇ ਛਪਣਾ ਹੀ ਆ। ਪਹਿਲੀ ਲੱਭ ਲਿਆਓ ਕਿਤੇੋਂ, ਫਿਰ ਨਾਲ ਰਲਾ ਕੇ ਦੇਖ ਲਾਂਗੇ ਆਪਾਂ, ਹਨਾ ਜੀ। ਸਾਰੇ ਸਵਾਲਾਂ ਦੇ ਜਵਾਬ ਅੱਗੇ ਚੱਲ ਕੇ ਦਊਂਗਾ, ਮੈਨੂੰ ਪੜ੍ਹ ਲੈਣ ਦਿਓ ਪਹਿਲਾਂ, ਤੁਸੀਂ ਹੋਰ ਪਾਸੇ ਨੂੰ ਲੈ ਜਾਂਦੇ ਹੋ। ਕਹਿੰਦੇ ਜੀ, ਕਿਸੇ ਵੀ ਧਰਮ ਦਾ ਇਨਸਾਨ ਆਵੇ ਮੱਥਾ ਟੇਕੇ, ਉਹਦੇ ਕੋਲ ਤਮਾਕੂ ਜੋ ਸਿੱਖ ਧਰਮ 'ਚ ਬਵਰਜਿਤ ਆ, ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਕੋਈ ਵੀ ਆ ਕੇ ਮੱਥਾ ਟੇਕ ਸਕਦਾ। ਤੇ ਸਾਡੇ ਲੋਕਾਂ 'ਚੋਂ ਨਿਕਲ ਗਈ ਇਹ ਗੱਲ? ਨਹੀਂ ਨਿਕਲੀ ਜੀ। ਹੈ, ਸਾਡੇ ਲੋਕ ਕਹਿੰਦੇ ਆ ਰਵਦਾਸੀਆ ਕਰਨ ਆ ਗਿਆ, ਸਾਡੇ ਇੱਥੇ ਆ ਭਈਆ ਕੀ ਕਰਨ ਆ ਗਿਆ ਲੰਗਰ ਖਾਣ ਨੂੰ। ਹੈ, ਤੇ ਤੁਰ ਪਏ ਇਸ ਰਾਹ ਤੇ ਆਪਾਂ। ਗੁਰਦੁਆਰੇ ਅੰਦਰ ਜਾ ਕੇ ਸਿੱਖ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕੇ, ਉਪਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਠੀਕ ਹੈ, ਦੋਨਾਂ 'ਚ ਇੱਕੋ ਹੀ ਚੀਜ਼ ਹੈ ਜੀ। ਬਿਲਕੁਲ ਦਲੇਰ ਸਿੰਘ ਜੀ, ਚਾਹੀਦੀਆਂ। ਸੰਗਤ ਵਿੱਚ ਬੈਠਣ ਲਈ ਵੀ ਸਿੱਖ ਅਸਿੱਖ ਛੂਤ ਛਾਤ ਜਾਤ ਪਾਤ ਊਚ ਨੀਚ ਦਾ ਭਰਮ ਜਾਂ ਵਿਤਕਰਾ ਨਾ ਕਰੇ। ਇਹ ਹੈਗੀ ਗੱਲ। ਬੰਦਾ ਕਹਿੰਦਾ ਯਾਰ ਇਹਦੇ ਕੋਲ ਮੈਂ ਬੈਠਾ, ਜੇ ਨਹੀਂ ਸਾਰੇ ਥਾਂ ਹੀ ਨਹੀਂ ਆ, ਪਰ ਬਹੁਤੇ ਥਾਂ ਹੀ ਜਾਤ ਪਾਤ ਨੂੰ ਨਹੀਂ ਛੱਡ ਰਹੇ ਹਜੇ ਤੱਕ। ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਧੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬਹਿਣਾ
ਕਿਸੇ ਹੋਰ ਵਿਤਕਰੇ ਨਾਲ ਬਹਿਣਾ ਮਨ ਮਤ ਆ। ਹੁਣ ਮੈਨੂੰ ਦੱਸੋ ਕਿੰਨੇ ਗੁਰੂ ਘਰ ਆ। ਜੀ ਜੀ ਹਾਂਜੀ ਹਾਂਜੀ ਉਹੀ ਮਲਕੀਤ ਸਿੰਘ ਜੀ ਗੱਲ ਕਰ ਰਹੇ ਆ ਵੀ ਲਾਗੂ ਤਾਂ ਹਜੇ ਕੋਈ ਵੀ ਨਹੀਂ ਹੋਈ। ਇਹੀ ਤਾਂ ਰੋਣਾ ਰੋ ਰਿਹਾ ਮੈਂ ਵੀ ਹਜੇ ਤੱਕ ਮੁੜ ਕੇ ਪੰਥਕ ਇਕੱਠ ਹੋਇਆ ਹੀ ਨਹੀਂ, ਇਹਨੂੰ ਅੰਤਮ ਪ੍ਰਵਾਨਗੀ ਦਿੱਤੀ ਨਹੀਂ, ਤਾਂ ਹੀ ਲੋਕ ਆਪੋ ਆਪਣੀ ਮਨਮਤ ਕਰਦੇ ਆ। ਜੀ 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 ਇਹੀ ਗੱਲ ਮੈਂ ਕਰ ਰਿਹਾ ਨਾ। ਤੁਸੀਂ ਹੁਣ ਆਪ ਜੀ ਆਪ ਹੀ ਕਹਿ ਰਹੇ ਹੋ ਉਹ ਗੱਲ, ਕਹਿੰਦੇ 1932 ਵਾਲੀ ਮਰਜ਼ਾਦਾ ਤਾਂ ਲਾਗੂ ਨਹੀਂ ਹੋਈ। ਉਹ ਹੁਣ ਤੱਕ ਨਹੀਂ ਹੋਈ ਹਜੇ। ਲਾਗੂ ਹੋਈ ਕਿਹੜੀ ਹੈ ਹਜੇ? ਕੋਈ ਵੀ ਨਹੀਂ ਹੋਈ। ਇਹੀ ਤਾਂ ਦੁਚਿੱਤੀ ਆ ਸਾਰਿਆਂ ਦੇ ਵਿੱਚ ਵੀ ਕੋਈ ਇੱਕ ਲਾਗੂ ਹੋਵੇ ਤਾਂ ਲੋਕ ਉਹਨੂੰ ਡਟ ਕੇ ਪਹਿਰਾ ਤਾਂ ਦੇਣ। ਹਾਂਜੀ ਹਾਂਜੀ ਹਨਾ, ਇਹੀ ਤਾਂ ਇਸੇ ਕਰਕੇ ਤਾਂ ਆਪਾਂ ਅੱਜ ਮਰਜ਼ਾਦਾ ਦੀ ਗੱਲ ਕਰ ਰਹੇ ਹਾਂ ਜੀ। ਅੱਛਾ ਜੀ, ਕਹਿੰਦੇ ਵੀ ਗੁਰੂ ਦੀ ਹਜ਼ੂਰੀ 'ਚ ਕੋਈ ਕੁਰਸੀ ਜਾਂ ਕੋਈ ਇਦਾਂ ਚੀਜ਼ ਨਾ ਲੱਗੀ ਹੋਵੇ। ਹਾਂਜੀ ਹਾਂਜੀ ਕਿੰਨੇ ਗੁਰਦੁਆਰਿਆਂ 'ਚ ਕੁਰਸੀਆਂ ਲੱਗ ਗਈਆਂ ਜੀ। ਹਾਂਜੀ ਹਾਂਜੀ ਰਹਿੰਦਾ ਮਰਜ਼ਾਦਾ ਤੇ ਕੋਈ? ਕਹਿੰਦੇ ਜੀ ਸਾਡੇ ਬਜ਼ੁਰਗਾਂ ਦੇ ਗੋਡੇ ਦੁਖਦੇ ਆ। ਫਿਰ ਗੁਰੂ ਦਾ ਬਚਨ ਮਰਜ਼ਾਦਾ ਤੇ ਪਹਿਰਾ ਦੇਣਾ ਕਿ ਫਿਰ ਤੁਸੀਂ ਆਪਣੇ ਚਾਚੇ ਤਾਏ ਦੇਖਣੇ? ਜੀ ਜੀ ਹਨਾ, ਜਿੰਨਾ ਚਿਰ ਹਜੇ ਕੋਈ ਪ੍ਰਵਾਨਗੀ ਨਹੀਂ ਮਿਲੀ ਉਹਨਾਂ ਚਿਰ ਕਰੋਗੇ ਕੀ? ਜੀ ਜੀ ਉਦਾਂ ਬੰਦਾ ਦਾੜੀ ਕਾਲੀ ਕਰਦਾ ਹਾਂਜੀ ਵੀ ਮੈਂ ਜਵਾਨ ਲੱਗਾ ਹਾਂਜੀ ਤਾਂ ਗੁਰਦੁਆਰੇ ਜਾ ਕੇ ਕਹੂ ਕੁਰਸੀ ਲਿਆਓ ਮੈਂ ਬਹਿਣਾ, ਹਾਂਜੀ ਹਾਂਜੀ ਉਦੋਂ ਤੂੰ ਬੁੱਢਾ ਹੋ ਜਾਣਾ। ਹਾਂਜੀ ਜੇ ਤੈਨੂੰ ਦਾੜੀ ਕਾਲੀ ਕਰਨ ਦਾ ਏਡਾ ਹੀ ਚਾਹ ਤਾਂ ਗੁਰਦੁਆਰਾ ਸਾਹਿਬ ਜਾ ਕੇ ਥੱਲੇ ਕਿਉਂ ਨਹੀਂ ਬਹਿੰਦਾ? ਹਾਂ ਠੀਕ ਹੈ ਜੀ। ਜੇ ਸਿੱਖਿਆ ਤੂੰ, ਹਾਂਜੀ। ਸਿੱਖ ਲਈ ਗੱਲ ਕਰਦੇ ਆਪਾਂ। ਹਾਂਜੀ 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 ਕਾਲੀ ਦਾੜੀ ਤੂੰ ਕਰਦਾ ਮੈਂ ਜਵਾਨ ਲੱਗਾ ਜੀ 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 ਹੈ, ਤੇ ਤੂੰ ਕੇਸ ਨਹੀਂ ਆਉਣ ਦਿੰਦਾ ਮੂੰਹ ਤੇ ਚਿੱਟਾ ਇੱਕ ਵੀ, ਤੂੰ ਜਦੇ ਘੋਨ ਮੋਨ ਹੋ ਜਾਣਾ ਜੀ ਜੀ ਤਾਂ ਉਦੋਂ ਤੂੰ ਕਹਿੰਦਾ ਆ ਵੀ ਮੈਂ ਜਵਾਨ ਲੱਗਾ। ਜੀ ਜੀ ਹਨਾ, ਹਾਂਜੀ ਹਾਂਜੀ ਤੇ ਹਾਂਜੀ ਬਿਲਕੁਲ ਧੰਨਵਾਦ ਜੀ ਮਲਕੀਤ ਸਿੰਘ ਜੀ, ਕਹਿੰਦੇ ਤੁਹਾਡੀ ਗੱਲ ਠੀਕ ਆ। ਹਾਂਜੀ ਹਾਂਜੀ ਤੇ ਉਹ ਫਿਰ ਪਹਿਲਾਂ ਨਹੀਂ ਸਮਝ। ਉਹ ਫਿਰ ਲੇਟ ਜੁੜੇ ਨਾ ਨਾਲ। ਹਾਂਜੀ ਹਾਂਜੀ ਤੇ ਜੇ ਬੰਦਾ ਕਵੇ ਮੈਂ ਗੁਰਦੁਆਰਾ ਸਾਹਿਬ ਜਾਣਾ ਤੇ ਸਾਡੇ ਵਰਗਾ ਕੋਈ ਕਹਿ ਦੇਵੇ ਥੱਲੇ ਬੈਠੋ ਕੁਰਸੀ ਤੇ, ਨਾ ਕਹਿਣਗੇ ਜ਼ਿਆਦਾ ਬੋਲਣਾ ਆਉਂਦਾ ਇਹਨੂੰ, ਜ਼ਿਆਦਾ ਪਤਾ ਹੈ। ਇਹ ਬੋਲਦੇ ਹੀ ਬਹੁਤ ਆ। ਹਨਾ, ਜੀ 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 ਇਹਨਾਂ ਗੱਲਾਂ ਨੂੰ ਵੀ ਧਿਆਨ 'ਚ ਰੱਖਣਾ ਪਊ ਜੀ। ਜੀ ਹੁਣ ਅੱਗੇ ਸੰਗਤ ਵਿੱਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬਹਿਣਾ ਚਾਹੀਦਾ। ਜੀ ਜੀ ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤਿ ਦੇ ਵਿਰੁੱਧ ਹੈ। ਬਿਲਕੁਲ ਸਹੀ। ਭਾਵ ਵਿੱਚ ਪਰਦਾ ਨਾ ਕਰੋ, ਸਾਰੇ ਇਕੱਠੇ ਬੈਠੋ ਨਾ। ਜੀ 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 ਪੰਜ ਤਖਤ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਤਖਤ ਪਟਨਾ ਸਾਹਿਬ ਬਿਹਾਰ, ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖਤ ਹਜ਼ੂਰ ਸਾਹਿਬ ਨੰਦੇੜ, ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਠੀਕ ਹੈ ਤਖਤਾਂ ਦੇ ਖਾਸ ਅਸਥਾਨ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਹੀ ਚੜ੍ਹ ਸਕਦੇ ਆ, ਜੀ ਜੀ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਵੇ ਤਖਤਾਂ ਦੇ। ਤਖਤਾਂ ਉੱਤੇ ਪਤਤ ਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ। ਜੀ ਜੀ ਯਾਨੀ ਕੋਈ ਵੀ ਕਰਾ ਸਕਦਾ ਅਰਦਾਸ। ਜੀ ਜੀ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਭਾਵ ਕੇਸਰੀ ਜੀ ਜਾਂ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਤੇ ਸਰਬਲੋਹ ਦਾ ਭਾਲਾ ਖੰਡਾ ਹੋਵੇ। ਜੀ 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 ਹੁਣ ਇਹ ਕਿਹਾ ਜਾ ਰਿਹਾ ਵੀ ਦੋ ਰੰਗ ਹੋਣ ਨਿਸ਼ਾਨ ਸਾਹਿਬ ਦੇ, ਜੀ ਉਹੀ ਗੱਲ ਆਪਾਂ ਕੀਤੀ ਹੈ। ਹਾਂਜੀ ਹਨਾ ਜੀ। ਜੀ 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 ਫਤਿਹ ਵੀਰ ਜੀ। ਹਾਂਜੀ, ਤੇ ਹੁਣ ਜਿੱਥੇ ਵੀ ਗੁਰਦੁਆਰਾ ਸਾਹਿਬ ਆਪਾਂ ਦੇਖਦੇ ਆ ਜੀ, ਇਹ ਦੋਏ ਰੰਗ ਆਪਾਂ ਨੂੰ ਮਿਲਦੇ ਆ, ਹਾਂਜੀ ਹਾਂਜੀ ਜਾਂ ਨੀਲਾ ਜਾਂ ਕੇਸਰੀ। ਜੀ ਜੀ ਦੋਨੇ ਨਿਸ਼ਾਨ ਸਾਹਿਬ ਹੀ ਲੱਗਦੇ ਆ। ਖਾਸ ਕਰ ਜ਼ਿਆਦਾ ਕੇਸਰੀ ਹੁੰਦਾ। ਜ਼ਿਆਦਾ ਕੇਸਰੀ ਹੁੰਦਾ। ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਨੀਲੇ ਰੰਗ ਦੇ ਹੁੰਦੇ ਆ ਨਾ ਜੀ। ਤੇ ਮਤਲਬ ਇਹ ਵੀ ਆਪ ਜੀ ਨੂੰ ਸਾਰਾ ਜਿਹੜਾ ਹੈ ਕਲੀਅਰ ਹੋ ਗਿਆ ਹਨਾ। ਹਾਂਜੀ ਆ ਫੜਿਓ ਤੁਸੀਂ ਨਾਲ ਨਾਲ ਅੱਗੇ ਪੇਜ ਕਰੀ ਚੱਲੋ ਹਨਾ, ਜਿੱਥੇ ਕਿਤੇ ਤੁਹਾਨੂੰ ਲੱਗਾ ਮੈਂ ਪੜ੍ਹੀ ਜਾਂਦਾ ਤੁਸੀਂ ਨਿਗਾਹ ਮਾਰੀ ਚੱਲੋ। ਤੇ ਇਹ ਲਿਖਿਆ ਵੀ ਨਿਸ਼ਾਨ ਸਾਹਿਬ ਦੇ ਸਿਰੇ ਤੇ, ਜੀ ਜੀ ਆ ਮੈਂ ਉਹੀ ਦੱਸ ਰਿਹਾ ਮੀਨੀਆਂ ਜੀ ਰਵੀ ਜੀ ਕਿ ਸਿਰ ਉੱਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ। ਠੀਕ ਹੈ ਜੀ। ਸਰਬਲੋਹ ਦਾ ਭਾਲਾ, ਭਾਲੇ ਦਾ ਪਤਾ ਹੈ ਏਦਾਂ ਹੁੰਦਾ ਜੀ, ਏਦਾਂ ਸਰਬਲੋਹ ਦਾ ਉਹ ਹੁੰਦਾ ਜੀ ਭਾਲਾ, ਏਦਾਂ ਹੁੰਦਾ ਉੱਪਰੋਂ, ਜੀ ਜੀ ਜਿੱਦਾਂ ਆਪਾਂ ਕਹਿ ਦਈਏ ਤੀਰ ਹੁੰਦਾ ਨਾ, ਠੀਕ ਹੈ ਤਾਂ ਜਾਂ ਸਰਬਲੋਹ ਦਾ ਖੰਡਾ, ਜਿੱਦਾਂ ਇਹ ਖੰਡੇ ਸਟੀਲ ਦੇ ਆ ਗਏ ਹੁਣ, ਠੀਕ ਹੈ ਠੀਕ ਹੈ ਇਹ ਸਰਬਲੋਹ ਦਾ ਕਹਿੰਦੇ ਹੋਵੇ। ਹੁਣ ਉਹ ਕੌਣ ਮੰਨਦਾ ਜੀ? ਕਿਤੇ ਸਟੀਲ ਦਾ, ਕਿਤੇ ਸੋਨੇ ਦਾ, ਕਿਤੇ ਪਿੱਤਲ ਦਾ ਹਨਾ। ਗੁਰਦੁਆਰੇ ਵਿੱਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ। ਇਹ ਵੀ ਕਹਿੰਦੇ ਮਨ ਮਤਿਆ। ਇਹ ਵੀ ਕਈ ਵਾਰੀ ਕਹਿੰਦੇ ਵੀ ਨਗਾਰਾ ਨਹੀਂ ਵੱਜਣਾ ਚਾਹੀਦਾ ਅਰਦਾਸ ਵੇਲੇ। ਅੱਛਾ ਜੀ।